तू मेरे गुरु के प्यारे। आए मिल गुरसिख, आए मिल, आए मिल। आए मिल गुरसिख आए मिल तू मेरे गुरु के प्यारे। ਪ੍ਰੋਗਰਾਮ ਲੈ ਕੇ ਦਾਸ ਦਵਿੰਦਰ ਸਿੰਘ ਸੋਢੀ ਹਾਜ਼ਰ ਹੈ। ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਮੈਂ ਤੁਹਾਨੂੰ ਉਹਨਾਂ ਮਹਾਨ ਸ਼ਖਸੀਅਤਾਂ ਨਾਲ ਮਿਲਾਉਂਦਾ ਹਾਂ ਜਿਨ੍ਹਾਂ ਨੇ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਆਪਣਾ ਬੜਮੁੱਲਾ ਯੋਗਦਾਨ ਪਾਇਆ ਹੈ। ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਜੀ। ਜਿੱਥੇ ਆਪਣੀ ਕਿਰਤ ਕਰਦੇ ਨੇ ਉੱਥੇ ਕੀਰਤਨ ਵੀ ਬਹੁਤ ਅੱਛਾ ਕਰਦੇ ਨੇ। ਜਦੋਂ ਕੀਰਤਨ ਵਿੱਚ ਬਹਿੰਦੇ ਨੇ ਸੰਗਤਾਂ ਦਾ ਮਨ ਮੋਹ ਲੈਂਦੇ ਨੇ। ਕੀਰਤਨ ਤੋਂ ਇਲਾਵਾ ਬਹੁਤ ਸਾਰੀਆਂ ਉਹਨਾਂ ਦੀਆਂ ਬੜਮੁੱਲੀਆਂ ਸੇਵਾਵਾਂ ਨੇ। ਮੈਨੂੰ ਲੱਗਦਾ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚੋਂ ਤੁਹਾਨੂੰ ਬਹੁਤ ਲਾਭ ਹੋਏਗਾ। ਆਓ ਜੀ ਭਾਈ ਸਾਹਿਬ ਜੀ ਨਾਲ ਮੁਲਾਕਾਤ ਕਰੀਏ। ਭਾਈ ਸਾਹਿਬ ਜੀ, ਤੁਸੀਂ ਫਤਿਹ ਟੀਵੀ ਦੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੈਂ ਸੰਗਤਾਂ ਦੀ ਜਾਣਕਾਰੀ ਲਈ ਤੁਹਾਡੇ ਤੋਂ ਪਹਿਲਾਂ ਇਹ ਪੁੱਛਾਂਗਾ ਵੀ ਇਹ ਜਿਹੜੀ ਕੀਰਤਨ ਦੀ ਲਗਨ ਹੈ ਇਹ ਤੁਹਾਨੂੰ ਕਿੱਥੋਂ ਲੱਗੀ? ਇਹ ਲਗਨ ਸਾਡੇ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਜੀ ਉਹਨਾਂ ਨੂੰ ਜਦੋਂ ਅਸੀਂ ਕੀਰਤਨ ਕਰਦਿਆਂ ਦੇਖਦੇ ਸੀਗੇ ਜੀ ਤੇ ਮਨ ਦੇ 'ਚ ਇਹ ਇੱਛਾ ਉਜਾਗਰ ਹੋਈ ਕਿ ਬਈ ਕੀਰਤਨ ਕਰਨਾ ਤੇ ਇਹਨਾਂ ਵਰਗਾ ਕਰਨਾ। ਹੋਏ ਬਸ ਉਹ ਇੱਕ ਲਗਨ ਨੇ ਰਸਤਾ ਦੇ ਦਿੱਤਾ ਵੀ ਕੀਰਤਨ ਕਰਨ ਦਾ। ਫਿਰ ਅਭਿਆਸ ਜਿਵੇਂ ਚੱਲਦਾ ਰਿਹਾ, ਜੀ ਸਿੱਖੇ ਥੋੜੇ ਜਿਹੇ, ਤੇ ਫਿਰ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਅੱਗੇ ਰਾਹ ਦੀ ਰਾਹ ਦਿੰਦੇ ਚਲੇ ਗਏ। ਹਾਂਜੀ ਜਿਹੜਾ ਬੇਸ ਹੈ ਉਹ, ਜਾਂ ਕਹਿ ਲਓ ਜਿਹੜੇ ਆਈਡੀਅਲ ਨੇ ਸਾਡੇ, ਉਹ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਮਹਾਂਪੁਰਖ ਨੇ। ਜੀ ਤੁਹਾਡੇ ਤੇ ਬਹੁਤ ਕਿਰਪਾ, ਤੁਸੀਂ ਬਹੁਤ ਸਾਰੀਆਂ ਸੰਗਤਾਂ ਨੂੰ ਜੋੜਿਆ। ਧੰਨਵਾਦ। ਇੱਕ ਸਰਲ ਕੀਰਤਨ ਦਾ ਤਰੀਕਾ ਤੁਹਾਡਾ ਵੀ ਸੰਗਤੀ ਅਸੀਂ ਕੀਰਤਨ ਜਿਹਨੂੰ ਕਹਿੰਦੇ ਆ, ਤੁਸੀਂ ਸ਼ੁਰੂ ਕਰਦੇ ਹੋ ਸੰਗਤਾਂ ਨਾਲ ਹੀ ਬੋਲਣਾ ਸ਼ੁਰੂ ਹੋ ਜਾਂਦੀਆਂ ਨੇ। ਕੀਰਤਨ ਹੈ ਹੀ ਸਹੀ ਮਾਇਨੇ 'ਚ ਉਹ ਵੀ ਜਿਹੜਾ ਅਸੀਂ ਰਲ ਮਿਲ ਕੇ ਕਰੀਏ ਜੀ। ਤੇ ਜਿਹੜੇ ਤੁਸੀਂ ਨਾਲ ਵਿਆਖਿਆ ਕਰਦੇ ਹੋ, ਕਥਨੀ ਕਰਦੇ ਹੋ, ਉਹ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਧੰਨਵਾਦ। ਉਹ ਜਿਹੜੀ ਗੱਲ ਹੈ ਉਹ ਅਗਲੇ ਦੇ ਸਮਝ ਵਿੱਚ ਆ ਜਾਂਦੀ ਹੈ। ਇਹ ਜਿਹੜੀ ਕਥਾ ਤੁਸੀਂ ਫਿਰ ਸਿੱਖੀ ਹੈ, ਕਥਾ ਵਿਚਾਰ ਸ਼ਬਦ ਵਿੱਚ ਕਰਦੇ ਹੋ ਜੀ, ਇਹ ਤੁਹਾਨੂੰ ਬਖਸ਼ਿਸ਼ ਕਿੱਥੋਂ ਹੋਈ? ਜਿਹੜੀ ਕਥਾ ਹੈ ਇਹ ਸੋਢੀ ਜੀ ਆਪ ਵੀ ਜਾਣੂ ਹੋ ਇਸ ਚੀਜ਼ ਤੋਂ ਕਿ ਕਥਾ ਕਦੇ ਆਪਾਂ ਵਿਚਾਰ ਕੇ ਜਾਂ ਸਮਝ ਕੇ ਨਹੀਂ ਬੋਲ ਸਕਦੇ। ਜੀ ਇਹ ਤਾਂ ਜੋ ਕੀਰਤਨ ਵੇਲੇ ਉਸ ਵੇਲੇ ਨਿਕਲਦੀ ਹੈ, ਆਪਾਂ ਸ਼ਬਦਾਂ ਦੇ ਅਰਥ ਕਰ ਸਕਦੇ ਹਾਂ। ਅੱਛਾ ਜੀ। ਪਰ ਜੇ ਕਹੀਏ ਕਿ ਹੋਰ ਜਿਹੜੀ ਕਥਾ ਵਿਆਖਿਆ ਜਾਂ ਉਸ ਵੇਲੇ ਵਿਚਾਰਾਂ ਕਰਨੀਆਂ, ਇਹ ਤਾਂ ਗੁਰੂ ਨਾਨਕ ਦੀ ਦੇਣ ਉਸ ਵੇਲੇ ਕੀਰਤਨ 'ਚ ਜੋ ਸਤਿਗੁਰ ਬੁਲਵਾਉਣਾ ਚਾਹੁੰਦੇ ਨੇ। ਤੇ ਕਈ ਵਾਰੀ ਤਾਂ ਐਸੀ ਚੀਜ਼ ਸਤਿਗੁਰ ਜੀ ਕੀਰਤਨ 'ਚ ਬੁਲਵਾ ਦਿੰਦੇ ਨੇ, ਰਸਨਾ ਤੋਂ ਕਢਵਾ ਦਿੰਦੇ ਨੇ ਕਿ ਜਿਹੜੀ ਸਾਨੂੰ ਵੀ ਨਹੀਂ ਪਤਾ ਹੁੰਦੀ। ਤੇ ਕੀਰਤਨ ਤੋਂ ਬਾਅਦ ਇਹ ਅਨੁਭਵ ਹੁੰਦਾ ਹੈ ਕਿ ਮਨਾ ਮੇਰਿਆ, ਇਹ ਅੱਜ ਨਵੀਂ ਚੀਜ਼ ਹੈ, ਇਹ ਤੇਰੇ ਵਾਸਤੇ ਹੀ ਹੈ ਸ਼ਾਇਦ। ਤੇ ਕਈ ਵਾਰੀ ਐਸੀ ਚੀਜ਼ਾਂ, ਐਸੇ ਲਫ਼ਜ਼ ਸਾਹਮਣੇ ਆ ਜਾਂਦੇ ਨੇ ਜਾਂ ਐਸੇ ਬਚਨ ਆ ਜਾਂਦੇ ਨੇ ਕਿ ਜਿਹੜਾ ਸਾਡਾ ਖੁਦ ਦਾ ਜੀਵਨ ਨੂੰ ਖੜਾ ਕਰਨ ਦੇ ਵਿੱਚ ਸਹਾਇਕ ਹੁੰਦੇ ਨੇ ਬਚਨ। ਤੇ ਇਸ ਤਰੀਕੇ ਦੇ ਨਾਲ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜੀ। ਠੀਕ ਹੈ। ਤੁਹਾਡੇ ਤੇ ਬਹੁਤ ਬਖਸ਼ਿਸ਼ ਹੈ, ਤੁਸੀਂ ਬਹੁਤ ਸੰਗਤਾਂ ਵਿੱਚ ਵਿਚਰਦੇ ਹੋ। ਵੀ ਜ਼ਰੂਰੀ ਨਹੀਂ ਹੁੰਦਾ ਵੀ ਜਿੰਨੀਆਂ ਸੰਗਤਾਂ ਸੁਣ ਰਹੀਆਂ ਸਾਰੀਆਂ ਸਾਡੇ ਖਿਆਲਾਂ ਨਾਲ ਸਹਿਮਤ ਹੋਣਗੀਆਂ ਜੀ। ਕਈ ਸਾਡੇ ਖਿਆਲਾਂ ਨਾਲ ਸਹਿਮਤ ਨਹੀਂ ਹੁੰਦੇ ਜੀ। ਫਿਰ ਜਦੋਂ ਉਹ ਬੋਲਦੇ ਨੇ, ਕਈ ਵਾਰ ਬੋਲ ਕਬੋਲ ਵੀ ਬੋਲ ਲੈਂਦੇ ਨੇ, ਤੇ ਉਹਨਾਂ ਨਾਲ ਤੁਸੀਂ ਕਿਵੇਂ ਨਿਬੜਦੇ ਹੋ? ਦੇਖੋ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿੰਨ ਪਿੰਨ। ਕਦੇ ਵੀ ਪ੍ਰਚਾਰਕ ਜੇ ਸੋਚੇ ਕਿ ਮੇਰੇ ਵਿਚਾਰ ਤੋਂ ਸਾਰੇ ਸਹਿਮਤ ਹੋ ਜਾਣ, ਉਹ ਨਹੀਂ ਹੋ ਸਕਦਾ। ਇਹ ਹੋ ਹੀ ਨਹੀਂ ਸਕਦਾ ਜੀ। ਤੇ ਜੋ ਸਤਿਗੁਰ ਜੀ ਦੀ ਕਿਰਪਾ, ਸਤਿਗੁਰ ਜੀ ਨੇ ਸਾਡੇ ਕੋਲ ਬੁਲਵਾਣਾ ਹੈ, ਉਹ ਬੁਲਵਾ ਲੈਣਾ ਜੀ। ਅਗਲਾ ਨਹੀਂ ਸਹਿਮਤ ਹੋਇਆ, ਜਦੋਂ ਉਹ ਕੀਰਤਨ ਤੋਂ ਬਾਅਦ ਸਾਨੂੰ ਮਿਲਦਾ ਜਿਸ ਚੀਜ਼ ਦੇ ਵਿੱਚ ਉਹ ਸਹਿਮਤ ਨਹੀਂ ਹੈ, ਉਹ ਪੁੱਛਦਾ, ਫਿਰ ਸਤਿਗੁਰੂ ਆਪ ਹੀ ਉਹਨੂੰ ਜਵਾਬ ਦਿਵਾਉਂਦੇ ਨੇ। ਤਸੱਲੀ ਹੋ ਜਾਂਦੀ ਹੈ ਉਹਦੀ। ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤ ਜਾਂਦੀ ਹੈ। ਠੀਕ ਹੈ ਜੀ। ਇਹ ਜਿਹੜੀਆਂ ਕੈਸਟਾਂ, ਫਿਰ ਤੁਸੀਂ ਕੈਸਟਾਂ ਦੀ ਦੁਨੀਆ ਵਿੱਚ ਕਦੋਂ ਆਏ? ਜਦੋਂ ਸੰਗਤਾਂ ਨੂੰ ਤੁਹਾਡੀ ਪਹਿਲੀ ਕੈਸਟ ਆਈ? ਇਹ ਮਿਹਰ ਹੋਈ ਜੀ ਗੁਰੂ ਨਾਨਕ ਸਾਹਿਬ ਜੀ ਦੀ। ਜਦੋਂ ਕੀਰਤਨ ਸ਼ੁਰੂ ਕੀਤਾ ਤੇ ਪਹਿਲੇ ਘਰਾਂ ਦੇ ਵਿੱਚ ਹੀ ਕੀਰਤਨ ਚੱਲ ਰਿਹਾ ਸੀ, ਸੰਗਤਾਂ ਦਾ ਪਿਆਰ ਸੀ, ਔਰ ਕੈਸਟਾਂ ਵਾਲੇ ਪਾਸੇ ਤਾਂ ਬਿਲਕੁਲ ਧਿਆਨ ਹੀ ਨਹੀਂ ਆਇਆ।
ਅੱਛਾ ਤੇ ਜਦੋਂ 5-7 ਸਾਲ ਲੰਘ ਗਏ ਕੀਰਤਨ ਕਰਦਿਆਂ ਨੂੰ, ਜੀ ਜੀ ਫਿਰ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਸੰਗਤਾਂ ਵੱਲੋਂ ਹੁਕਮ ਹੋਇਆ ਕਿ ਕੈਸਟਾਂ ਕਢਾਈਆਂ ਜਾਣ। ਜੀ ਫਿਰ ਟੀ ਸੀਰੀਜ਼ ਦੇ ਵਿੱਚ ਪਹਿਲੀ ਕੈਸਟ ਰਾਖ ਪਿਤਾ ਪਰਮ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ, ਜੀ ਉਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਤੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਉਸ ਕੈਸਟ ਦੇ ਰਾਹੀਂ। ਜੀ ਬਸ ਆ ਪਹਿਲਾ ਕਦਮ ਸੀ ਕੈਸਟਾਂ ਦੀ ਦੁਨੀਆ ਦੇ ਵਿੱਚ ਆਉਣ ਦਾ। ਹੋਰ ਉਸ ਤੋਂ ਅੱਗੇ ਫਿਰ ਜਿਹੜੀ ਕੈਸਟ ਸੰਗਤਾਂ ਨੇ ਬਹੁਤ ਪਸੰਦ ਕੀਤੀ ਹੋਵੇ? ਉਦੋਂ ਤਾਂ ਗੁਰੂ ਨਾਨਕ ਦੀ ਬੜੀ ਮਿਹਰ ਰਹੀ ਹੈ ਜੀ, ਸੱਚੇ ਪਾਤਸ਼ਾਹ ਦੀ ਅਸੀਸ ਰਹੀ, ਸੰਗਤਾਂ ਦਾ ਸਿਰ ਤੇ ਹੱਥ ਰਿਹਾ। ਜੀ ਪਰ ਜਿਹੜੀ ਕੈਸਟ ਸਭ ਤੋਂ ਜ਼ਿਆਦਾ ਸੰਗਤਾਂ ਨੇ ਲਾਈਕ ਕੀਤੀ ਉਹ ਅੰਮ੍ਰਿਤ ਸਾਗਰ ਦੇ ਵਿੱਚ ਨਿਕਲੇ ਸੀਗੇ, ਦਿਆਲਾ ਰਾਖ ਦਿਆਲਾ। ਅੱਛਾ ਅੱਛਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਜਿੱਦਾਂ ਸੁਣਨ ਨੂੰ ਆਉਂਦੇ ਸੀਗੇ ਕਿ ਹਰੇਕ ਨੇ ਬਹੁਤ ਪਿਆਰ ਦਿੱਤਾ। ਤੇ ਜਿੱਥੇ ਸਟੇਜਾਂ ਤੇ ਜਾਈਏ ਜੀ ਜੀ ਹਰ ਸਟੇਜ ਤੇ ਸੰਗਤ ਹੁਕਮ ਲਾ ਦਿੰਦੀ ਸੀ ਵੀ ਇਹ ਸ਼ਬਦ ਜ਼ਰੂਰ ਪੜੋ। ਜੀ ਜੀ ਉਹ ਕਿਰਪਾ ਸੀ ਮਹਾਰਾਜ ਦੀ। ਜੀ ਜੀ ਅੱਛਾ, ਇਹ ਸੀ ਆਪਣੀ ਕੈਸਟਾਂ ਦੀ ਜੋ ਗੱਲ। ਜੀ ਕਈ ਵਾਰੀ ਐਸਾ ਹੁੰਦਾ ਆਪਾਂ ਕੀਰਤਨ ਕਰਦੇ ਹਾਂ ਤੇ ਬਹੁਤ ਆਨੰਦ ਆਉਂਦਾ, ਜੀ ਜੁੜ ਜਾਈਦਾ, ਵਾਹ ਇਦਾਂ ਲੱਗਦਾ ਵੀ ਗੁਰੂ ਨਾਨਕ ਮਹਾਰਾਜ ਅੱਜ ਵਸ ਗਏ ਸੀ। ਵਾਹ ਤੇ ਕਈ ਵਾਰੀ ਐਸਾ ਹੁੰਦਾ ਜਿੰਨਾ ਮਰਜ਼ੀ ਜ਼ੋਰ ਲਾਓ ਕੀਰਤਨ ਵਸਦਾ ਹੀ ਨਹੀਂ। ਜੀ। ਤੇ ਜਦੋਂ ਨਹੀਂ ਵਸਦਾ ਉਦੋਂ ਮਨ ਨੂੰ ਕਿਹੋ ਜਿਹਾ ਲੱਗਦਾ? ਉਦੋਂ ਇਦਾਂ ਲੱਗਦਾ ਜੀ ਬਾਤ ਤਾਂ ਫਿਰ ਬੱਦਾ ਛੱਟੀ ਹੋ ਗਈ ਹੈ। ਅੱਛਾ ਅੱਛਾ ਕਈ ਵਾਰੀ ਐਸਾ ਮਾਹੌਲ ਹੁੰਦਾ ਹੈ ਜਿੱਥੇ ਕੀਰਤਨ ਦਾ ਮੰਡਲ ਆਨੰਦਿਤ ਹੋਵੇ, ਜੀ ਪਿਆਰ ਵਾਲੀਆਂ ਰੂਹਾਂ ਬੈਠੀਆਂ ਹੋਣ। ਕੁਝ ਤਰੰਗਾਂ ਵੀ ਹੁੰਦੀਆਂ ਜੀ ਗੁਰਮੁਖਾਂ ਦੀਆਂ, ਜੀ ਜੀ ਗੁਰਮੁਖਾਂ ਦੀਆਂ ਤਰੰਗਾਂ ਬਹੁਤ ਕਾਊਂਟ ਕਰਦੀਆਂ। ਜੀ ਕੁਝ ਉਸ ਵੇਲੇ ਦਾ ਮਾਹੌਲ ਕਾਊਂਟ ਕਰ ਰਿਹਾ ਹੁੰਦਾ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਅਮੂਮਨ ਤੌਰ ਤੇ ਜਦੋਂ ਇਹ ਭਾਵਨਾ ਰੱਖੀ ਦੀ ਹੈ ਕਿ ਸਤਿਗੁਰ ਜੀ ਆਪ ਵਰਤ ਰਹੇ ਨੇ, ਫਿਰ ਤਾਂ ਆਨੰਦ ਬਣ ਜਾਂਦਾ ਹੈ। ਹਾਂ, ਆਪਣੇ ਬਸ ਦੀ ਗੱਲ ਹੁੰਦੀ। ਉਹ ਜਿਹੜਾ ਜਿਵੇਂ ਤੁਸੀਂ ਆਖਿਆ ਵੀ ਉਹ ਜਿਹੜਾ ਉੱਥੇ ਦਾ ਵਾਤਾਵਰਣ ਮਾਹੌਲ ਹੁੰਦਾ ਆ, ਸਾਊਂਡ ਵੀ ਪ੍ਰੋਪਰ ਚਾਹੀਦੀ ਆ। ਕਈ ਵਾਰੀ ਪੱਖਿਆਂ ਦੀ ਇੰਨੀ ਆਵਾਜ਼ ਆ, ਕਈ ਵਾਰੀ ਐਸਾ ਹੁੰਦਾ ਹੈ ਤੁਸੀਂ ਤੇ ਜੁੜੇ ਹੋਏ ਸਰੋਤੇ ਸੁਣ ਨਹੀਂ ਰਹੇ ਹੁੰਦੇ, ਤੁਹਾਨੂੰ ਬੈਠੇ ਤਾਂ ਹੁੰਦੇ ਨੇ ਉਹ, ਜੀ ਪਰ ਉਹ ਕੀਰਤਨ ਨਹੀਂ ਸੁਣ ਰਹੇ ਹੁੰਦੇ। ਉਹ ਕੀਰਤਨੀ ਇਹਦੇ ਵੱਸ ਵਿੱਚ ਨਹੀਂ ਰਹਿੰਦਾ ਉਹ ਮਾਹੌਲ ਨੂੰ ਬਣਾ ਸਕੇ। ਜੀ ਹਾਂਜੀ ਹਰ ਚੀਜ਼ ਕਾਊਂਟ ਕਰਦੀ ਹੈ ਜੀ, ਸਾਊਂਡ ਵੀ ਕਾਊਂਟ ਕਰਦੀ ਹੈ, ਹਾਂਜੀ ਸੰਗਤ ਦੀ ਇਕਾਗਰਤਾ ਵੀ ਕਾਊਂਟ ਕਰਦੀ ਹੈ, ਹਾਂਜੀ ਤੇ ਆਲੇ ਦੁਆਲੇ ਦਾ ਮਾਹੌਲ ਵੀ ਕਾਊਂਟ ਕਰਦਾ। ਹਾਂਜੀ ਪਰ ਕਈ ਵਾਰੀ ਹੁੰਦਾ ਹੈ ਜੇ ਅਗਰ ਕੋਈ ਨਹੀਂ ਵੀ ਸੁਣ ਰਿਹਾ, ਜੇ ਆਨੰਦ 'ਚ ਆਪਣਾ ਆਨੰਦ 'ਚ ਲੱਗੇ ਰਹੋ ਨਾ। ਹਾਂਜੀ ਹਾਂਜੀ ਅਸੀਂ ਕਈ ਦੀਵਾਨ ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ, ਜਿੱਥੇ ਜੇ ਸ਼ੁਰੂ ਕਰੀਦਾ ਤੇ ਸਮਝ ਲੱਗ ਜਾਂਦੀ ਕਿ ਸੰਗਤ ਆਨੰਦ ਵਿੱਚ ਨਹੀਂ, ਹਾਂਜੀ ਔਰ ਸਾਊਂਡ ਵੀ ਕੁਝ ਠੀਕ ਨਹੀਂ ਜਾਂ ਇਸ ਤਰ੍ਹਾਂ ਦਾ ਕੁਝ ਮਾਹੌਲ ਹੈ। ਪਰ ਜਦੋਂ 15-20 ਮਿੰਟ ਲੰਘ ਜਾਂਦੇ ਨੇ, ਉਹ ਕੀਰਤਨ ਦੀ ਕਸ਼ਿਸ਼ ਜਾਂ ਪਾਤਸ਼ਾਹ ਦੇ ਸ਼ਬਦ ਦੀ ਖਿੱਚ ਐਸੀ ਹੁੰਦੀ ਹੈ ਕਿ ਆਪੇ ਸੰਗਤ ਵਿੱਚ ਉਹ ਇਕਾਗਰਤਾ ਬਣ ਜਾਂਦੀ ਹੈ। ਤੇ 15 ਮਿੰਟ ਬਾਅਦ ਹੀ ਮਾਹੌਲ ਐਸਾ ਬਣ ਜਾਂਦਾ ਕਿ ਜਦੋਂ ਕੀਰਤਨ ਮੱਧ ਤੱਕ ਆਂਦਾ, ਉਹ ਸੰਗਤ ਵੀ ਆਨੰਦਿਤ ਹੁੰਦੀ ਹੈ ਤੇ ਫਿਰ ਅਸੀਂ ਵੀ ਮਹਾਰਾਜ ਦੀ ਕਿਰਪਾ ਗੋਦੀ 'ਚ ਬੈਠੇ ਹੁੰਦੇ ਸਤਿਗੁਰੂ ਜੀ। ਤੇ ਕੀਰਤਨ ਦੇ ਨਾਲ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਨੇ। ਮੇਰਾ ਸਾਹਿਬ ਜਿਵੇਂ ਆਪਾਂ ਪਹਿਲਾਂ ਗੱਲ ਕਰ ਲਈਏ, ਹਸਪੀਟਲ ਵੀ ਕੋਈ ਤੁਸੀਂ ਚਲਾ ਰਹੇ ਹੋ ਜੀ, ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ। ਇਹ ਗੁਰੂ ਨਾਨਕ ਸਾਹਿਬ ਜੀ ਦਾ ਤਰਸ ਹੈ ਜੀ। ਜੀ ਜਦੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀਗਾ ਜੀ ਤੇ ਕੀਰਤਨ ਦਾਸ ਨੇ ਜਿਵੇਂ ਪਹਿਲੇ ਹੀ ਆਪ ਜੀ ਨੇ ਦੱਸਿਆ ਕਿ ਸਾਡੇ ਮੁੱਖ ਰਹੇ ਨੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ, ਉਹਨਾਂ ਨੂੰ ਨਿਸ਼ਾਨਾ ਲੈ ਕੇ ਚੱਲੇ। ਜੀ ਤੇ ਮਨ ਵਿੱਚ ਉਦੋਂ ਹੀ ਸੋਚ ਲਿਆ ਸੀ ਵੀ ਕੀਰਤਨ ਦੀ ਮਾਇਆ ਜਿੰਨੀ ਆਏਗੀ ਸੇਵਾ ਚਲਾਈ ਜਾਣੀ। ਜੀ ਜੀ ਤੇ ਜਦੋਂ ਥੋੜੀ ਜਿਹੀ ਰਾਸ਼ੀ ਇਕੱਠੀ ਹੋ ਗਈ, ਉਦੋਂ ਭਲਾ ਵੇਲਾ ਸੀ, ਲੱਖ ਕੁ ਰੁਪਇਆ ਇਕੱਠਾ ਹੋ ਗਿਆ ਕੀਰਤਨ ਤੋਂ। ਅੱਛਾ ਜੀ ਸੋਹਣਾ ਸਮਾਂ ਲਾ ਕੇ ਫਿਰ ਮਹਾਂਪੁਰਖਾਂ ਕੋਲ ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਹੁਕਮ ਲਾਓ ਕਿਹੜੀ ਸੇਵਾ ਸ਼ੁਰੂ ਕਰੀਏ। ਤੇ ਉਹਨਾਂ ਨੇ ਫਿਰ ਹੁਕਮ ਲਾਤਾ ਕਿ ਵੀ ਤੁਸੀਂ ਹਸਪਤਾਲ ਸ਼ੁਰੂ ਕਰੋ, ਅੱਛਾ ਹਸਪਤਾਲ ਬਣਾਓ, ਹਸਪਤਾਲ ਚਲਾਓ। ਉਦੋਂ ਇਹ ਚੀਜ਼ ਸੁਣ ਕੇ ਜੀ, ਜਿਵੇਂ ਆਪਾਂ ਇੱਕ ਕਹਾਵਤ ਹੈ, ਪੈਰਾਂ ਥੱਲੋਂ ਜ਼ਮੀਨ ਖਿਸਕ ਜਾਣੀ, ਹਾਂਜੀ ਬਸ ਉਹ ਕੁਝ ਮੇਰੇ ਨਾਲ ਹੋਇਆ। ਹੂੰ ਮੈਂ ਕਿਹਾ ਮਹਾਂਪੁਰਖੋ ਹਸਪਤਾਲ ਬਾਰੇ ਤਾਂ ਕਦੇ ਜ਼ਿੰਦਗੀ 'ਚ ਵੀ ਨਹੀਂ ਸੋਚਿਆ। ਬਿਲਡਿੰਗ ਬਣਾਉਣੀ, ਮਸ਼ੀਨਰੀ, ਡਾਕਟਰ, ਕਦੇ ਵਾਹ ਨਹੀਂ, ਕਦੇ ਕੁਝ ਨਹੀਂ। ਕਹਿੰਦੇ ਤੂੰ ਚੱਲ, ਗੁਰੂ ਨਾਨਕ ਸਹਾਈ ਹੋਣਗੇ। ਹੂੰ ਬਸ ਆਹ ਬੋਲ ਸਨ ਉਹਨਾਂ ਦੇ, ਥਾਪੀ ਦਿੱਤੀ, ਮੇਰਾ ਵਰਤ ਗਈਆਂ ਜੀ। ਜੀ ਜੀ ਫਿਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ 2004 ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਜੀ ਭਾਈ ਦਇਆ ਸਿੰਘ ਜੀ ਦੇ ਨਾਮ ਦੇ ਉੱਪਰ ਇਹ ਸਾਰਾ ਅਦਾਰਾ ਚੱਲ ਰਿਹਾ। ਜੀ ਜੀ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ, ਜੀ ਇਹ ਸਭਾ ਬਣੀ ਹੋਈ ਹੈ, ਰਜਿਸਟਰਡ ਹੈ। ਤੇ ਹਸਪਤਾਲ ਜਿਹੜਾ ਪਹਿਲਾਂ ਬਣਿਆ ਉਹ ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪੀਟਲ, ਉਹਨੂੰ ਯੂਨਿਟ 1 ਰੱਖ ਲਿਆ ਗਿਆ। ਅੱਛਾ
ਹੁਣ ਉਸ ਵੇਲੇ ਦੇਖੋ ਗੁਰੂ ਨਾਨਕ ਸਾਹਿਬ ਨੇ ਅੱਗੇ ਯੂਨਿਟ ਹੋਰ ਖੋਲ੍ਹਣੇ ਹੋਣਗੇ ਜਾਂ ਖੁਲਵਾਣੇ ਹੋਣਗੇ, ਸਾਨੂੰ ਨਹੀਂ ਪਤਾ ਸੀ ਯੂਨਿਟ 1 ਕਿਉਂ ਕਹਿਤਾ। ਯੂਨਿਟ 1 ਇਸ ਕਰਕੇ ਕਿਉਂਕਿ ਅੱਗੇ ਯੂਨਿਟ 2 ਤੇ ਯੂਨਿਟ 3 ਖੁੱਲ੍ਹਣੇ ਸੀ, ਉਦੋਂ ਸਾਨੂੰ ਨਹੀਂ ਪਤਾ ਸੀ ਯੂਨਿਟ 1 ਕਿਉਂ ਰੱਖ ਰਹੇ, ਪਰ ਸਤਿਗੁਰੂ ਜੀ ਨੇ ਰਖਵਾਤਾ। ਫਿਰ ਗੁਰੂ ਨਾਨਕ ਨੇ ਤਰਸ ਕੀਤਾ ਜੀ ਕਿ ਦੂਸਰਾ ਹਸਪਤਾਲ ਟਿੱਬਾ ਰੋਡ, ਤਾਜਪੁਰ ਰੋਡ ਦੇ ਨੇੜੇ ਪ੍ਰੇਮ ਵਿਹਾਰ, ਜੋ ਲੁਧਿਆਣੇ ਦਾ ਬਹੁਤ ਜ਼ਿਆਦਾ ਗਰੀਬ ਇਲਾਕਾ ਹੈ, ਅੱਤ ਦਾ ਗਰੀਬ ਇਲਾਕਾ ਜੀ ਅਸੀਂ ਕਹਿ ਲਈਏ ਤਾਂ, ਉੱਥੇ ਸਤਿਗੁਰੂ ਜੀ ਨੇ ਸ਼ੁਰੂ ਕਰਵਾਇਆ ਆਪ ਮਿਹਰ ਕਰਕੇ। ਫਿਰ ਤੀਸਰਾ ਹਸਪਤਾਲ ਜਿਹੜਾ ਸ਼ੁਰੂ ਹੋਇਆ ਉਹ ਬਾਬਾ ਥਾਨ ਸਿੰਘ ਚੌਂਕ, ਆਪਾਂ ਹਾਰਟ ਆਫ ਦੀ ਸਿਟੀ ਕਹਿ ਲਈਏ ਜੀ, ਉੱਥੇ ਮਹਾਰਾਜ ਨੇ ਮਿਹਰ ਕੀਤੀ ਤੇ ਸੰਗਤਾਂ ਦਾ ਬਹੁਤ ਨਿੱਘਾ ਪਿਆਰ ਰਿਹਾ, ਬਹੁਤ ਨਿੱਘਾ ਸਹਿਯੋਗ ਰਿਹਾ ਤੇ ਮਹਾਂਪੁਰਖਾਂ ਦੀ ਅਸੀਸਾਂ ਰਹੀਆਂ। ਅੱਛਾ, ਆਪਣੇ ਹਸਪੀਟਲਾਂ ਵਿੱਚ ਕਿਹੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਹੁੰਦਾ ਹੈ ਜੀ? ਇਹ ਸਾਰੀ OPD ਨੇ ਜੀ, ਤੇ ਉਹਦੇ ਵਿੱਚ ਤਕਰੀਬਨ ਸਾਰੇ ਅਸੀਂ ਡਿਪਾਰਟਮੈਂਟ ਕਵਰ ਕੀਤੇ ਹੋਏ ਨੇ ਜੀ, ਜਿਵੇਂ ਮੈਡੀਸਨ ਦਾ, ਡੈਂਟਲ ਹੋ ਗਿਆ, ਗਾਇਨੀ ਹੋ ਗਿਆ ਜੀ, ਆਈਜ਼ ਦਾ ਹੋ ਗਿਆ, ਇਹ 4 ਮੁੱਖ ਹੁੰਦੇ ਨੇ। ਫਿਰ ਹੋਮਿਓਪੈਥਿਕ ਹੋ ਗਿਆ। ਉਸ ਤੋਂ ਬਸ ਪ੍ਰੋਪਰ ਇੱਕ ਲੈਬੋਰਟਰੀ ਜਿਹਦੇ ਵਿੱਚ ਅੱਜ ਦੀ ਆਧੁਨਿਕ ਮਸ਼ੀਨਾਂ ਜਿਹੜੀਆਂ ਚੰਗੀ ਲੈਬੋਰਟਰੀਜ਼ ਦੇ ਵਿੱਚ ਹੁੰਦੀਆਂ, ਉਹ ਇੱਕ ਆਧੁਨਿਕ ਲੈਬੋਰਟਰੀ ਖੋਲ੍ਹੇਗੀ, ਐਕਸ-ਰੇ ਉੱਥੇ ਖੋਲ੍ਹੇਗੀ, ਡਿਜੀਟਲ ਐਕਸ-ਰੇ ਨਾਲ ਮਹਾਰਾਜ ਦੀ ਕਿਰਪਾ ਅਲਟਰਾਸਾਊਂਡ, ਇਹ ਹਰੇਕ ਚੀਜ਼ ਜੋ ਇੱਕ ਛੱਤ ਦੇ ਵਿੱਚ ਪੇਸ਼ੈਂਟ ਨੂੰ ਰਾਹਤ ਦਿੰਦੀ ਹੈ। ਹੁਣ ਡਾਕਟਰ ਕਹਿ ਦਿੰਦਾ ਅਲਟਰਾਸਾਊਂਡ ਕਰਾ ਕੇ ਉਹ ਇੱਕ ਛੱਤ ਦੇ ਥੱਲੇ ਕਰਵਾ ਸਕੇ, ਐਕਸ-ਰੇ ਕਰਵਾ ਕੇ ਲਿਓ, ਐਕਸ-ਰੇ ਕਰਵਾ ਸਕੇ, ਫਲਾਣਾ ਟੈਸਟ ਕਰਾ ਕੇ ਆਓ, ਉਹ ਅੰਦਰ ਕਰਵਾ ਸਕੇ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਤਕਰੀਬਨ ਸਾਰੇ ਡਿਪਾਰਟਮੈਂਟ ਉੱਥੇ ਚੱਲ ਰਹੇ ਨੇ। ਤੇ ਉਹ 'ਚ ਫੀਸ ਕਿੰਨੀ ਕੁ ਦੇਣੀ ਪੈਂਦੀ? ਜਿਵੇਂ ਕੋਈ ਗਰੀਬ ਚਲੇ ਜਾਂਦਾ, ਉਹਦੇ ਕੋਲ ਸਮਰੱਥਾ ਨਹੀਂ ਹੁੰਦੀ ਮੈਂ ਦਵਾ ਦਾਰੂ ਲਈ ਪੈਸੇ ਖਰਚਾਂ, ਉਹਦੇ ਲਈ ਕੀ ਤੁਹਾਡੀ ਸਹੂਲਤ ਹੈ? ਵੈਸੇ ਤਾਂ ਮਹਾਰਾਜ ਦੀ ਕਿਰਪਾ ਹੈ ਕਿ ਚੈਰੀਟੇਬਲ ਹੀ ਹੈ ਜੀ। ਅੱਛਾ ਜੀ। ਤੇ ਜਿਹੜਾ ਡਾਕਟਰ ਆਪਣੇ ਘਰ 200 ਰੁਪਇਆ, ਤੁਸੀਂ ਆਪ ਜੀ ਵੀ ਜਾਣਦੇ ਹੋ ਤੇ ਸੰਗਤਾਂ ਸਾਰੀਆਂ ਜਾਣਦੀਆਂ ਜੀ, ਘੱਟੋ ਘੱਟ 200-250 ਰੁਪਇਆ ਤਾਂ ਆਮ ਫੀਸ ਹੁੰਦੀ ਹੈ। ਅੱਛਾ। ਉਹ ਡਾਕਟਰ ਸਾਡੇ ਕਾਬਿਲ ਡਾਕਟਰ ਉੱਥੇ ਬੈਠਦੇ ਨੇ ਤੇ 10 ਰੁਪਏ ਦੀ ਪਰਚੀ ਹੁੰਦੀ ਹੈ ਜੀ। ਅੱਛਾ। ਜਿਹਦੇ ਵਿੱਚ ਜਿਹੜਾ ਤੁਸੀਂ ਹੁਣ ਕਹੇ ਗਰੀਬ, ਉਹ ਗਰੀਬ ਨੂੰ ਫਿਰ 2 ਦਿਨ ਦੀ, 4 ਦਿਨ ਦੀ, 6 ਦਿਨ ਦੀ ਇੱਕ ਕੂਪਨ ਰੱਖਿਆ ਹੋਇਆ। ਅੱਛਾ। ਹਰ ਕੂਪਨ 5 ਰੁਪਏ ਦਾ ਰੱਖਿਆ। ਉੱਦਾਂ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਜੀ। ਜੇ ਡਾਕਟਰ ਸਾਹਿਬ ਨੇ ਲਿਖਤਾ 6 ਦਿਨ ਦੀ, ਫਿਰ 2 ਕੂਪਨ ਨਾਲ 5 ਰੁਪਏ ਦੇ ਦਿੱਤੇ ਜਾਂਦੇ ਤੇ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹਨੂੰ ਇੰਨਾ ਕੁ ਸਸਤਾ ਪੈ ਜਾਂਦਾ ਜੀ ਕਿ ਬਹੁਤ ਉਹਨੂੰ ਰਾਹਤ ਮਿਲ ਜਾਂਦੀ ਹੈ। ਆਮ ਇਹ ਜਿਹੜੇ ਰੇਟ ਰੱਖੇ ਗਏ ਨੇ ਇੱਕ ਚੈਰੀਟੇਬਲ ਹੀ ਰੱਖੇ ਗਏ ਨੇ ਸਾਰੇ, ਕਿ ਸੰਗਤ ਪੂਰਾ ਲਾਭ ਉਠਾ ਸਕੇ ਜੀ, ਔਰ ਸੰਗਤ ਉਠਾ ਰਹੀ ਹੈ ਮਹਾਰਾਜ ਦੀ ਕਿਰਪਾ। ਫਿਰ ਇਹ ਜਿਹੜੇ ਇੰਨੇ ਹਸਪੀਟਲਾਂ ਦੇ ਆਪਣੇ ਖਰਚੇ ਹੁੰਦੇ ਨੇ, ਕਿ ਉਹ ਡਾਕਟਰਾਂ ਦੇ ਖਰਚੇ ਨੇ, ਦਵਾਈਆਂ ਦੇ ਖਰਚੇ ਨੇ, ਹੋਰ ਸਾਰਾ ਪ੍ਰਬੰਧ ਕਰਨਾ, ਤੇ ਉਹ ਫਿਰ ਮਾਇਆ ਦਾ ਪ੍ਰਬੰਧ ਤੁਸੀਂ ਕਿਵੇਂ ਕਰਦੇ ਹੋ? ਮਹਾਰਾਜ ਦੀ ਕਿਰਪਾ ਆਪ ਹੀ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਜੀ। ਇਹ ਤਕਰੀਬਨ 7 ਤੋਂ 8 ਲੱਖ ਰੁਪਈਆ ਹਰ ਮਹੀਨੇ ਦਾ ਹਰੇਕ ਮਹੀਨੇ ਚਾਹੀਦਾ ਜੀ। ਤੇ ਕੁਝ ਤਾਂ ਵੀਰ ਜੀ ਉਹ ਸਤਿਗੁਰੂ ਜੀ ਜੋ ਕੀਰਤਨ ਦੀ ਸੇਵਾ ਲੈਂਦੇ ਨੇ, ਜਿੱਥੋਂ ਵੀ ਕੋਈ ਲਿਫਾਫਾ ਮਿਲਦਾ ਜਾਂ ਸੰਗਤਾਂ ਦਿੰਦੀਆਂ, ਉਹ ਦਮੜਾ ਉਹਨਾਂ ਦੀ ਇਮਾਨਤ ਉੱਥੇ ਲੱਗਦੀ ਹੈ। ਇੱਕ ਦੂਜਾ ਜੀ, ਜਿੰਨੇ ਸਾਡੇ ਲੁਧਿਆਣੇ ਦੇ ਪਿਆਰ ਵਾਲੇ ਸੰਗੀ ਨੇ, ਇੱਕ ਨੈਟਵਰਕ ਸਾਡਾ ਬਣਿਆ ਹੋਇਆ ਡੋਨਰਸ ਦਾ। ਅੱਛਾ। ਉਹ ਅਸੀਂ ਬੇਨਤੀ ਲਾ ਦਿੰਦੇ ਹਰ ਕੀਰਤਨ ਤੇ ਕਿ ਤੁਸੀਂ ਆਪਣੇ ਦਸਵੰਧ ਵਿੱਚੋਂ ਸਾਨੂੰ ਕੁਛ ਨਹੀਂ, 100 ਰੁਪਇਆ ਦੇਣਾ ਮਹੀਨੇ ਦਾ। ਅੱਛਾ। ਤੇ ਉਹ 100 ਰੁਪਇਆ ਦਿੰਦੇ ਨੇ, 100 ਕਰਕੇ ਇੱਕ ਕਲੈਕਸ਼ਨ ਹੁੰਦੀ ਹੈ। ਅੱਛਾ। ਜਿੱਥੋਂ ਉਹ ਸਾਰਾ ਪ੍ਰਬੰਧ ਚੱਲਦਾ। ਅੱਛਾ। ਤੇ ਮਹਾਰਾਜ ਦੀ ਕਿਰਪਾ ਕੁਝ ਕੀਰਤਨਾਂ ਚੋਂ ਆ ਜਾਂਦਾ, ਕੁਝ ਦਾਨੀ ਸੱਜਣ ਕਦੇ ਆ ਕੇ ਦੇ ਜਾਂਦੇ ਨੇ, ਕੁਝ ਇਹ ਡੋਨਰਸ ਬਣੇ ਜਿਹੜੇ 100-200 ਰੁਪਏ ਦੇ ਬਣੇ ਨੇ। ਇਸ ਤਰੀਕੇ ਦੇ ਨਾਲ ਸਾਰਾ ਪ੍ਰਬੰਧ ਕੀਤਾ ਜਾਂਦਾ। ਤੇ ਡਾਕਟਰਾਂ ਨੂੰ ਕਦੇ ਅਸੀਂ ਇਹ ਨਹੀਂ ਕਿਹਾ ਕਿ ਤੁਸੀਂ ਚੈਰੀਟੇਬਲ ਹੋ। ਉਹ ਅਗਰ 25,000 ਮੰਗਦਾ, ਉਹ ਅਗਰ 30,000 ਮੰਗਦਾ, ਤੇ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਂਦੀ ਹੈ, ਉਹ ਟਾਈਮ ਸਿਰ ਦਿੱਤੀ ਜਾਂਦੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਜਿਹੜੇ ਪ੍ਰਬੰਧ ਕਰਨੇ ਨੇ ਉਹ ਸਤਿਗੁਰੂ ਜੀ ਆਪ ਹੀ ਕਰਵਾ ਰਹੇ ਨੇ, ਆਪ ਹੀ ਸੇਵਾ ਲੈ ਰਹੇ ਨੇ। ਬੜਾ ਮੁਸ਼ਕਲ ਆ ਹਰੇਕ ਮਹੀਨੇ ਇੰਨਾ ਪ੍ਰਬੰਧ ਕਰਨਾ, ਤੇ ਕਿਸੇ ਨੂੰ ਕਹਿਣਾ ਵੀ ਬੜਾ ਔਖਾ ਵੀ ਸਾਨੂੰ ਜਿਹੜਾ ਦਸਵੰਧ ਦਿਓ, ਤੁਹਾਡੇ ਤੇ ਬੜੀ ਬਖਸ਼ਿਸ਼ ਹੈ। ਪਰ ਕਦੀ ਮਹਾਰਾਜ ਪਰਚਾ ਵੀ ਪਾ ਦਿੰਦੇ ਨੇ, ਕਦੀ ਇਦਾਂ ਵੀ ਹੋਇਆ ਵੀ ਬੜਾ ਮੁਸ਼ਕਲ ਹੋਣਾ, ਅਗਲਾ ਮਹੀਨੇ ਕਿਵੇਂ 8 ਲੱਖ ਕੱਢਣਾ। ਮੇਰੀ ਹੋਸ਼ ਦੇ ਵਿੱਚ ਤਾਂ ਅੱਜ ਤੱਕ ਐਸਾ ਕੋਈ ਮਹੀਨਾ ਨਹੀਂ ਆਇਆ ਜੀ ਜਿਹਦੇ ਵਿੱਚ ਐਸਾ ਪਰਚਾ ਪਿਆ ਹੋਵੇ ਕਿ ਸਾਨੂੰ ਲੋੜ ਪੈ ਗਈ ਹੋਵੇ ਕਿਸੇ ਕੋ ਮੰਗਣ ਦੀ। ਅੱਛਾ ਜੀ। ਸਤਿਗੁਰੂ ਜੀ ਪਹਿਲੇ ਪ੍ਰਬੰਧ ਕਰਕੇ ਰੱਖਦੇ ਨੇ। ਵਾਹ ਵਾਹ।
ਉਹ ਮਹਾਰਾਜ ਨੂੰ ਪਤਾ ਹੈ ਕਿ ਬਈ ਇਹ ਹਸਪਤਾਲ ਕਿੱਦਾਂ ਦੇ ਚੱਲ ਰਹੇ, ਕਿਉਂਕਿ ਮਹਾਂਪੁਰਖਾਂ ਨੇ ਇੱਕ ਚੀਜ਼ ਸਮੱਤ ਦਿੱਤੀ ਸੀ ਜੀ। ਜਦੋਂ ਦਾਸ ਨੇ ਅਸੀਸ ਮੰਗੀ, ਉਹ ਕਹਿੰਦੇ ਵੀ ਇਹ ਹਸਪਤਾਲ ਸ਼ੁਰੂ ਚੈਰੀਟੇਬਲ ਤੋਂ ਹੁੰਦੇ ਨੇ। ਜੀ ਜੀ ਬੜਾ ਇਸ ਗੱਲ ਦੀ ਦਮ ਹੈ ਜੀ। ਕਹਿੰਦੇ ਸ਼ੁਰੂ ਚੈਰੀਟੇਬਲ ਤੋਂ ਹੁੰਦੇ ਨੇ ਪਰ ਪਹੁੰਚ ਚੋਰੀ ਟੇਬਲ ਤੇ ਜਾਂਦੇ ਨੇ। ਸਹੀ ਗੱਲ। ਠੀਕ ਹੈ। ਉਹ ਕਿਉਂ? ਕਿਉਂਕਿ ਖਰਚੇ ਪੂਰੇ ਨਹੀਂ ਹੁੰਦੇ ਉਹਨਾਂ ਦੇ। ਹੁਣ ਖਰਚੇ ਪੂਰੇ ਨਹੀਂ ਹੋਣਗੇ ਤੇ ਉਹਨਾਂ ਨੇ ਆਪਣੇ ਟੈਸਟਾਂ ਦੇ ਰੇਟ ਵਧਾਣੇ, ਹਰ ਚੀਜ਼ ਵਧਾਣੀ। ਤੇ ਕਹਿੰਦੇ ਬਸ ਇੱਕ ਚੀਜ਼ ਦਾ ਗੁਰਸ਼ਰਨ ਸਿੰਘ ਜੀ ਧਿਆਨ ਰੱਖਣਾ ਕਿ ਚੈਰੀਟੇਬਲ ਹੀ ਰਹੇ। ਤੇ ਗੁਰੂ ਨਾਨਕ ਸਾਹਿਬ ਦੀ ਐਸੀਆਂ ਮਿਹਰਾਂ ਰਹੀਆਂ ਕਿ 2004 ਦੇ ਵਿੱਚ ਜਿਹੜੇ ਰੇਟ ਸਨ, ਤੁਸੀਂ ਯਕੀਨ ਜਾਣਨਾ, ਜੇ ਉਸ ਵੇਲੇ 100 ਰੁਪਇਆ ਸੀ, ਅਸੀਂ ਅਲਟਰਾਸਾਊਂਡ ਦਾ ਰੱਖਿਆ ਸੀ, ਤੇ ਅੱਜ 150 ਰੁਪਇਆ ਹੈ 2004 ਦੇ ਵਿੱਚ। ਜੀ ਜੀ ਇਹ ਤਕਰੀਬਨ ਦੇਖ ਲਓ 8-9 ਸਾਲ ਮੇਰਾ ਖਿਆਲ। ਹਾਂ ਜੀ ਜੀ ਹਾਂਜੀ। ਤੇ 9 ਸਾਲ ਦੇ ਵਿੱਚ ਬਿਜਲੀ ਵਧੀ, ਤਨਖਾਹ ਵਧੇ, ਮਟੀਰੀਅਲ ਵਧਾ, ਹਰ ਚੀਜ਼। ਜਿਹੜਾ 10 ਰੁਪਏ ਦਾ ਅਸੀਂ ਪਰਚੀ ਰੱਖੀ ਉਹ 10 ਰੁਪਏ ਹੀ ਹੈ। ਜੇ ਲੈਬ ਟੈਸਟ ਵਿੱਚ ਆ ਜਾਈਏ 250 ਰੁਪਏ, ਉਦੋਂ ਵੀ ਥਾਇਰਾਇਡ ਦਾ ਟੈਸਟ ਸੀਗਾ, ਜੀ ਜੀ ਉਹ ਵੀ ਅੱਜ ਥਾਇਰਾਇਡ ਦਾ ਟੈਸਟ 250 ਰੁਪਏ ਹੀ ਹੈ। ਅਗਰ ਸ਼ੂਗਰ ਦਾ ਲੈ ਲਈਏ 10 ਰੁਪਏ, ਅੱਜ ਵੀ 10 ਰੁਪਏ। ਯਤਨ ਕੀਤਾ ਗਿਆ ਕਿ ਵੀ ਮਹਿੰਗਾਈ ਜਿੰਨੀ ਮਰਜ਼ੀ ਵੱਧ ਜਾਏ, ਰੇਟ ਨਹੀਂ ਵਧਾਣਾ। ਉਧਰੋਂ ਡੋਨਰਸ ਨੂੰ ਬੇਨਤੀ ਲਾ ਦਿੰਦੇ ਆ, ਡੋਨਰ ਵੱਧ ਜਾਂਦੇ ਨੇ ਤਾਂ ਕਿ ਸੰਗਤ ਨੂੰ ਲਾਭ ਪੂਰਾ ਮਿਲ ਸਕੇ ਤੇ ਸੰਗਤ ਅਸੀਸ ਬਖਸ਼ਦੀ ਰਹੇ। ਬਿਲਕੁਲ ਬਿਲਕੁਲ। ਇਹ ਹਸਪੀਟਲਾਂ ਦੀ ਸੇਵਾ ਨਾਲ ਤੁਹਾਡੀ ਅਕੈਡਮੀਆਂ ਦੀ ਵੀ ਸੇਵਾ ਹੈ। ਬਹੁਤ ਸਾਰੀਆਂ ਅਕੈਡਮੀਆਂ, ਤੁਹਾਡੇ ਤੇ ਬੜੀ ਬਖਸ਼ਿਸ਼ ਹੈ। ਬੱਚੇ ਕੀਰਤਨ ਸਿੱਖਦੇ ਨੇ, ਕੰਪਿਊਟਰ ਸਿੱਖਦੇ ਨੇ, ਗੁਰੂ ਮਹਾਰਾਜ ਸੇਵਾ ਤੁਹਾਡੇ ਕੋਲ ਲੈ ਰਹੇ ਨੇ। ਇਹਦੇ ਬਾਰੇ ਵੀ ਜ਼ਰੂਰ ਤੁਸੀਂ ਚਾਨਣਾ ਪਾਓ। ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਜੀ। ਪਹਿਲੇ ਜਦੋਂ ਹਸਪਤਾਲ ਸ਼ੁਰੂ ਹੋਏ ਜੀ ਜੀ ਤੇ ਬੜੀ ਦੇਰ ਦੀ ਸੋਚ ਸੀਗੀ ਸਾਡੀ ਕਿ ਸਕੂਲ ਖੋਲ੍ਹਣੇ ਨੇ, ਔਰ ਇੱਕ ਥਾਂ ਤੇ ਸਕੂਲ ਦੀ ਜਗ੍ਹਾ ਵੀ ਦੇਖ ਲਈ ਸੀ, ਪਰ ਸਤਿਗੁਰੂ ਜੀ ਦੀ ਮੌਜ ਨਾ ਬਣੀ ਜੀ ਤੇ ਗੱਲ ਬਣੀ ਨਹੀਂ। ਉਹ ਇੱਕ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਰਹਿ ਗਿਆ ਸੀ ਕਿ ਸਕੂਲ ਜ਼ਰੂਰ ਚਾਹੀਦਾ ਹੈ ਪੰਥ ਦਾ। ਸਤਿਗੁਰੂ ਜੀ ਦੀ ਕਿਰਪਾ, ਮਾਲਕ ਨੇ ਕੋਈ ਸਮੱਤ ਦਿੱਤੀ ਕਿ ਕੰਪਿਊਟਰ ਅਕੈਡਮੀ ਜ਼ਰੂਰ ਖੋਲੀ ਜਾਵੇ। ਜੀ ਤੇ ਯੂਨਿਟ 2 ਦੇ ਵਿੱਚ ਹੀ ਸਾਡੇ ਕੋਲ ਜਗ੍ਹਾ ਹੈ। ਨੀਚੇ ਗਰਾਊਂਡ ਫਲੋਰ ਦੇ ਉੱਪਰ ਹਸਪੀਟਲ ਚੱਲ ਰਿਹਾ ਤੇ ਉੱਪਰ ਖਾਲੀ ਸੀ ਜਗ੍ਹਾ। ਉੱਥੇ ਫਿਰ ਅਸੀਂ ਅਕੈਡਮੀਆਂ ਖੋਲ੍ਹਤੀਆਂ। ਜੀ ਜੀ ਇੱਕ ਕੰਪਿਊਟਰ ਅਕੈਡਮੀ ਖੋਲ੍ਹਤੀ ਤੇ ਇੱਕ ਮਿਊਜ਼ਿਕ ਅਕੈਡਮੀ ਖੋਲ੍ਹਤੀ, ਸੰਗੀਤ ਅਕੈਡਮੀ। ਜੀ ਜੀ ਮੈਂ ਵੀਰ ਜੀ ਦੱਸਣਾ ਚਾਹਾਂਗਾ, ਸਤਿਗੁਰੂ ਜੀ ਦੀ ਐਡੀ ਕਿਰਪਾ ਵਰਤ ਰਹੀ ਹੈ, ਸੰਗਤ ਦਾ ਐਡਾ ਪਿਆਰ ਹੈ। ਇੱਕ ਪ੍ਰੋਫੈਸ਼ਨਲ ਟੱਚ ਦਿੱਤਾ ਗਿਆ। ਅਸੀਂ ਇਹ ਨਹੀਂ ਚਾਹੁੰਦੇ ਹਾਂ ਕਿ ਉਸ ਅਕੈਡਮੀ 'ਚੋਂ ਅਗਰ ਕੋਈ ਬੱਚਾ ਪੜ੍ਹੇ ਤੇ ਉਹ ਇਹ ਸੋਚ ਕੇ ਪੜ੍ਹੇ ਕਿ ਮੈਂ ਚੈਰਿਟੀ ਦੇ ਮੈਂ ਪੈਸੇ ਦੇ ਰਿਹਾ, ਬਹੁਤ ਘੱਟ ਪੈਸੇ ਦੇ ਰਿਹਾ ਤੇ ਉਹੋ ਜੀ ਮੈਨੂੰ ਸਹੂਲਤਾਂ ਮਿਲੀਆਂ। ਜੀ ਜੀ ਨਹੀਂ, ਉਹ ਇਹ ਕਵੇ ਕਿ ਇੱਥੇ ਮਾਇਆ ਤਾਂ ਚੈਰਿਟੀ ਦੀ ਸੀ ਪਰ ਸਹੂਲਤਾਂ ਚੈਰਿਟੀ ਵਾਲੀਆਂ ਨਹੀਂ ਸਨ। ਜੀ ਜੀ ਸਹੂਲਤਾਂ ਪ੍ਰੋਫੈਸ਼ਨਲ ਸਨ। ਤੇ ਜਦੋਂ ਪ੍ਰੋਫੈਸ਼ਨਲ ਇੰਸਟੀਚਿਊਟ ਦੇ ਅਸੀਂ ਵਿਜ਼ਿਟ ਕੀਤਾ, ਪ੍ਰੋਫੈਸ਼ਨਲ ਇੰਸਟੀਚਿਊਟ ਬਹੁਤ ਜ਼ਿਆਦਾ ਇੱਕ ਕੋਰਸ ਦੇ ਪੈਸੇ ਲੈਂਦੇ ਨੇ। ਅੱਜ ਦੁਨੀਆ ਪੜ੍ਹੀ ਲਿਖੀ ਹੈ ਜੀ ਜੀ ਔਰ ਸਾਡੇ ਨੌਜਵਾਨ ਬੱਚੇ ਪੜ੍ਹਦੇ ਆ, ਉਹਨਾਂ ਨੂੰ ਪਤਾ ਇੰਸਟੀਚਿਊਟ ਦੇ ਬਾਰੇ, ਸਾਰਾ ਕੰਪਿਊਟਰ ਬਾਰੇ। 5 ਚੀਜ਼ਾਂ ਜਿਹੜੀ ਫੈਸਿਲਿਟੀਜ਼ ਮੁੱਖ ਰੱਖਦੇ ਨੇ ਉਹਦਾ ਉਹ ਭੇਟਾ ਲੈਂਦੇ ਨੇ। ਪਹਿਲਾ, ਉਹ ਕਹਿੰਦੇ 1 PC to 1 ਸਟੂਡੈਂਟ। ਜੀ ਜੀ ਇਹ ਸਮਝਣ ਵਾਲੀ ਗੱਲ ਹੈ ਵੀਰ ਜੀ ਕਿ ਆਮ ਤੁਸੀਂ ਦੇਖੋ ਅਕੈਡਮੀ ਜਿਹੜੀ ਹੋਏਗੀ ਜੀ ਉਹਦੇ ਵਿੱਚ ਇੱਕ PC ਲੱਗਿਆ ਹੋਏਗਾ ਕੰਪਿਊਟਰ ਤੇ 3-4 ਬੱਚੇ ਬੈਠੇ ਹੋਣਗੇ। ਕੋਈ 15 ਮਿੰਟ ਉਹ ਲਾ ਰਿਹਾ, 20 ਮਿੰਟ ਉਹ ਲਾ ਰਿਹਾ, ਸ਼ੇਅਰ ਹੋ ਜਾਂਦਾ। ਹਾਂਜੀ ਜਿਹੜੇ ਪ੍ਰੋਫੈਸ਼ਨਲ ਨੇ ਉਹ ਬੱਚੇ ਨੂੰ ਕਹਿੰਦੇ ਤੂੰ 1 ਘੰਟੇ ਦੇ ਪੈਸੇ ਦਿੱਤੇ ਹੈ, 1 ਘੰਟਾ ਕੰਪਿਊਟਰ ਤੇਰਾ ਹੈ, ਜੀ ਇਹਦੇ 'ਚ ਕੋਈ ਸ਼ੇਅਰ ਨਹੀਂ। ਦੂਜਾ, ਲਾਈਟ ਚਲੀ ਗਈ, ਅਗਰ 15 ਮਿੰਟ ਬਾਅਦ ਹੀ ਲਾਈਟ ਚਲੀ ਗਈ, ਹੁਣ ਪੌਣਾ ਘੰਟਾ ਤੂੰ ਵਿਹਲਾ ਬੈਠਾ, ਵਿਹਲਾ ਨਹੀਂ ਬਹਿਣਾ। ਤੇਰੇ ਲਈ ਜਨਰੇਟਰ ਦਾ ਇੰਤਜ਼ਾਮ ਅਸੀਂ ਕੀਤਾ ਹੈ, ਅਸੀਂ ਜਨਰੇਟਰ ਚਲਾਵਾਂਗੇ ਤੇ ਇਹ ਪੂਰੀ ਵਿਦਿਆ ਤੋਂ ਇੱਥੇ 1 ਘੰਟਾ ਪੂਰਾ ਲੈ। ਹਾਂਜੀ ਤੀਸਰਾ, ਭਾਵੇਂ ਬਾਹਰ 48 ਡਿਗਰੀ ਸੈਲਸੀਅਸ ਹੈ ਕਿ 50 ਡਿਗਰੀ ਹੈ, ਤੂੰ ਇੱਥੇ AC ਦੇ ਵਿੱਚ ਬਹਿ, ਜਿਹਦੇ ਕਰਕੇ ਅਸੀਂ ਪੈਸੇ ਲੈ ਰਹੇ ਹਾਂ ਤੇਰੇ ਕੋਲ। ਉਹ ਜਿਸ ਕਰਕੇ ਪੈਸੇ ਲੈ ਰਹੇ ਨੇ ਉਹਨੂੰ ਫੈਸਿਲਿਟੀ ਉਹੀ ਦੇ ਰਹੀਆਂ। ਚੌਥਾ, ਉਹ ਕਹਿੰਦੇ ਫੈਸਿਲਿਟੀ ਜਿਹੜੀ ਹੈ ਕਿ ਫੈਕਲਟੀ ਜਿਹੜੀ ਉਹਨਾਂ ਦੀ ਹੁੰਦੀ ਹੈ, ਟੀਚਰ। ਉਹ ਕਹਿੰਦੇ ਬਹਿ ਕੇ, ਕਈ ਇੰਸਟੀਚਿਊਟ ਹੁੰਦੇ ਜੀ, ਟੀਚਰ ਹੁਣ ਬੈਠ ਗਏ, ਬੱਚਾ ਜੋ ਕਰ ਰਿਹਾ ਕਰੀ ਜਾਵੇ, ਘੰਟਾ ਖਤਮ ਹੋ ਗਿਆ, ਉਹ ਜਾਵੇ ਆਪਣੇ ਘਰ ਨੂੰ। ਤੇ ਪ੍ਰੋਫੈਸ਼ਨਲ ਇੰਸਟੀਚਿਊਟ 'ਚ ਇਦਾਂ ਨਹੀਂ ਹੁੰਦਾ। ਅੱਛਾ ਉਹਨਾਂ ਦੇ ਟੀਚਰਸ ਜਿਹੜੇ ਹੁੰਦੇ ਆ ਉਹ ਇੱਕ PC ਦੇ ਉੱਪਰ ਘੁੰਮਦੇ ਰਹਿੰਦੇ, ਬੱਚਾ ਕੀ ਕਰ ਰਿਹਾ, ਕਿਵੇਂ ਕਰ ਰਿਹਾ। ਜੀ ਜੀ ਪੰਜਵਾਂ, ਉਹ ਕਹਿੰਦੇ ਨੋਟਸ ਅਸੀਂ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਾਂਗੇ, ਅਸੀਂ ਪ੍ਰੋਵਾਈਡ ਕਰਾਂਗੇ। ਠੀਕ ਠੀਕ ਉਹ ਕਨਸੈਪਟ ਨੂੰ ਅਸੀਂ ਚੁੱਕ ਕੇ ਉੱਥੇ ਲਿਆਂਦਾ। ਅੱਛਾ ਇਹੀ 5 ਚੀਜ਼ਾਂ ਅਸੀਂ ਉੱਥੇ ਲਾਗੂ ਕਰਤੀਆਂ ਜੀ ਜੀ ਕਿ ਮਹਾਰਾਜ ਨੇ ਕਿਰਪਾ ਕੀਤੀ ਜੀ। ਪਹਿਲਾਂ ਤਾਂ ਸੈਂਟਰਲੀ AC ਹੋ ਗਿਆ ਜੀ 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 ਕਿ ਬੱਚਾ AC 'ਚ ਬਹਿ ਕੇ ਠੰਡੇ ਦਿਮਾਗ ਦੇ ਨਾਲ ਜੋ ਕੋਰਸ ਕਰਨਾ ਉਹ ਕੋਰਸ ਕਰੇ। ਜੀ ਦੂਜਾ, 1 PC to 1 ਸਟੂਡੈਂਟ ਹੈ। ਅਗਰ ਇੱਕ ਲੈਬ ਦੇ ਵਿੱਚ 16 PC ਨੇ ਤੇ ਇੱਕ ਬੈਚ ਤੇ ਅਸੀਂ 16 ਬੱਚੇ ਹੀ ਰੱਖਦੇ ਹਾਂ। ਜੀ ਬੱਚੇ ਜ਼ਿਆਦਾ ਹੋ ਗਏ ਤੇ ਬੈਚ ਦੂਸਰਾ ਕਰ ਦਿੰਦੇ, ਜੀ ਅਗਲਾ ਘੰਟਾ ਉਹਦਾ
ਦੂਸਰਾ ਹੋ ਜਾਂਦਾ ਹੈ। 1 PC to 1 ਸਟੂਡੈਂਟ ਹੈ ਕਿ ਉਹ 1 ਘੰਟਾ ਪੂਰਾ 1 PC 'ਚ ਰਹੇ। ਲਾਈਟ ਚਲੀ ਗਈ, ਜਨਰੇਟਰ ਫੈਸਿਲਿਟੀ ਹੈ ਕਿ ਤੈਨੂੰ ਘੰਟਾ ਪੂਰਾ ਮਿਲਣਾ। ਜੀ ਜੀ। ਫਿਰ ਫੈਕਲਟੀ ਸਾਡੀ ਘੁੰਮਦੇ ਰਹਿੰਦੇ ਨੇ। ਤੇ ਪੰਜਵਾਂ ਜਿਹੜਾ ਨੋਟਸ, ਉਹ ਨੋਟਸ ਵੀ ਅਸੀਂ ਫ੍ਰੀ ਪ੍ਰੋਵਾਈਡ ਕਰਦੇ ਹਾਂ। ਤੇ ਜਿਹੜਾ ਕੋਰਸ ਬਾਹਰ 2-2000 ਰੁਪਇਆ, 1800 ਰੁਪਇਆ, ਉਹ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਤਕਰੀਬਨ 250-300 ਰੁਪਏ ਦੇ ਵਿੱਚ ਉਹ ਕੋਰਸ ਸਤਿਗੁਰ ਬਖਸ਼ਿਸ਼ ਕਰਕੇ ਸੇਵਾ ਸਾਡੇ ਕੋਲੋਂ, ਆਪ ਜੀਆਂ ਕੋਲੋਂ, ਸੰਗਤਾਂ ਕੋਲੋਂ ਲੈ ਰਹੇ ਨੇ। ਜੀ ਜੀ। ਤੇ ਬੜੇ ਬੱਚੇ ਉੱਥੋਂ ਜੀ ਵਿਦਿਆ ਪ੍ਰਾਪਤ ਕਰਕੇ ਨਿਕਲੇ ਨੇ, ਕਿਉਂਕਿ ਅੱਜ ਕੰਪਿਊਟਰ ਦਾ ਯੁੱਗ ਹੈ। ਜੀ ਜੀ ਜੀ, ਸਹੀ ਗੱਲ। ਤੇ ਕਿਤੇ ਵੀ ਤੁਸੀਂ ਦੇਖੋ, ਜੇ ਕੰਪਿਊਟਰ ਨਹੀਂ ਆਉਂਦਾ ਨਾ, ਬੰਦੇ ਨੂੰ ਨੌਕਰੀ ਨਹੀਂ ਮਿਲਦੀ। ਉੱਥੋਂ ਬੱਚੇ ਕਈ ਬੈਚਸ ਪਾਸ ਕਰਕੇ ਨਿਕਲ ਰਹੇ ਤੇ ਆਪਣੀ ਕਿਰਤ ਕਰ ਰਹੇ ਨੇ, ਜਿੱਥੋਂ ਪ੍ਰਸ਼ਾਦਾ ਛਕ ਰਹੇ ਨੇ। ਇਹ ਆਪ ਜੀਆਂ ਦੀ ਮਿਹਰਾਂ ਨੇ, ਵਾਹਿਗੁਰੂ ਦੀ ਕਿਰਪਾ। ਜਿਹੜੀ ਸੰਗੀਤ ਅਕੈਡਮੀ ਹੈ, ਉਹਦੇ ਬਾਰੇ ਵੀ ਜ਼ਰੂਰ ਦੱਸੋ। ਇਹ ਸਤਿਗੁਰ ਜੀ ਦੀ ਬਖਸ਼ਿਸ਼ ਜੀ। ਜਿਵੇਂ ਦਾਸ ਦਾ ਮਹਾਰਾਜ ਨੇ ਪ੍ਰੋਫੈਸ਼ਨ ਹੀ ਦਿੱਤਾ ਹੋਇਆ, ਹਾਂਜੀ, ਕੀਰਤਨ ਦਾ, ਤੇ ਮਨ ਦੀ ਰੀਝ ਸੀਗੀ ਕਿ ਚਲੋ ਇੱਕ ਸੰਗੀਤ ਅਕੈਡਮੀ ਵੀ ਜ਼ਰੂਰ ਹੋਵੇ ਜੀ। ਔਰ ਖਾਸ ਕਰਕੇ ਉਸ ਏਰੀਏ ਦੇ ਵਿੱਚ ਜਿੱਥੇ ਕੋਈ ਵੀ ਨਹੀਂ ਜਾਂਦਾ ਸਿਖਾਉਣ। ਅੱਛਾ। ਉਹ ਏਰੀਆ ਕਦੇ ਆਪ ਜੀ ਵਿਜ਼ਿਟ ਕਰੋ, ਬਹੁਤ ਗਰੀਬ ਇਲਾਕਾ ਜੀ। ਜੀ ਜੀ। ਤੇ ਉੱਥੇ ਜਿਹੜੇ ਸਾਡੇ ਸਿੱਖ ਬੱਚੇ ਨੇ, ਬੱਚੀਆਂ ਨੇ, ਉੱਥੇ ਕੋਈ ਵੀ, ਮੈਂ ਵਿਜ਼ਿਟ ਕੀਤਾ 5-6 ਕਿਲੋਮੀਟਰ, ਬਹੁਤ ਏਰੀਆ ਹੋ ਜਾਂਦਾ ਕਿ ਕੋਈ ਐਸੀ ਅਕੈਡਮੀ ਨਹੀਂ, ਕੋਈ ਸਿਖਾਉਣ ਲਈ ਨਹੀਂ ਜਾ ਰਿਹਾ। ਤੇ ਉਹ ਬੱਚੇ ਕੀਰਤਨ ਤੋਂ ਵਾਂਝੇ ਸੀ। ਜੀ ਜੀ। ਤੇ ਉੱਥੇ ਮਨ ਕੀਤਾ ਵੀ ਕਿਉਂ ਨਾ ਹੋਵੇ ਕਿ ਇੱਥੇ ਕੀਰਤਨ ਦੇ ਪ੍ਰੋਫੈਸਰ, ਕੀਰਤਨ ਦੇ ਟੀਚਰ ਇੱਥੇ ਆਉਣ, ਜਿਹੜੇ ਤਬਲਾ ਵੀ ਸਿਖਾਉਣ, ਹਾਰਮੋਨੀਅਮ ਵੀ ਸਿਖਾਉਣ, ਹੋਰ ਸਾਜ਼ ਵੀ ਸਿਖਾਉਣ। ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਜੀ, ਉੱਥੇ ਫਿਰ ਇਸ ਸੋਚ ਨੂੰ ਲੈ ਕੇ, ਤੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਰਿਜ਼ਲਟ ਘੱਟ ਨਿਕਲੇਗਾ, ਪਰ ਗੁਰੂ ਨਾਨਕ ਸਾਹਿਬ ਦੀ ਬੜੀਆਂ ਮਿਹਰਾਂ ਨੇ ਜੀ। ਪਹਿਲੇ ਥੋੜੇ ਜਿਹੇ ਸਾਜ਼ ਲਿਆਣੇ ਪਏ, ਫਿਰ ਸਾਜ਼ ਹੋਰ ਵਧਾਣੇ ਪਏ, ਹੁਣ ਹੋਰ ਸਾਜ਼ ਵਧਾਣੇ ਪਏ। ਸੰਗਤਾਂ, ਬੱਚੇ ਬਹੁਤ ਲਾਭ ਲੈ ਰਹੇ ਨੇ। ਅੱਛਾ ਜੀ। ਤੇ ਹੁਣ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਗੁਰਬਾਣੀ ਸੰਥਿਆ ਦਾ ਵੀ ਉੱਥੇ ਸ਼ੁਰੂ ਕੀਤਾ ਗਿਆ। ਇੱਕ ਕਲਾਸ ਸ਼ੁਰੂ ਕੀਤੀ ਗਈ ਹੈ ਤੇ ਉਹਦਾ ਵੀ ਬੜਾ ਰਿਸਪੌਂਸ ਨਿਕਲ ਰਿਹਾ ਕਿ ਬਾਣੀ ਸ਼ੁੱਧ ਕਰਾ ਕੇ ਸੰਥਿਆ ਪੂਰੀ ਦਿੱਤੀ ਜਾਵੇ। ਉਹ ਵੀ ਬੱਚੇ ਉੱਥੇ ਲਾਭ ਲੈ ਰਹੇ ਨੇ ਮਹਾਰਾਜ ਦੀ ਬਖਸ਼ਿਸ਼ ਨਾਲ। ਆਪਾਂ ਅਗਲੀ ਗੱਲ ਕਰੀਏ, ਇੱਕ ਵਾਰੀ ਆਪਾਂ, ਕਿਉਂਕਿ ਸੰਗਤਾਂ ਲਾਭ ਲੈ ਲੈਣ, ਹਸਪੀਟਲ ਕਿੱਥੇ ਕਿੱਥੇ ਨੇ, ਅਕੈਡਮੀਆਂ ਕਿੱਥੇ ਕਿੱਥੇ ਨੇ, ਇੱਕ ਵਾਰੀ ਫਿਰ ਤੁਸੀਂ ਉਹਨਾਂ ਦਾ ਪਤਾ ਦੱਸ ਦਿਓ। ਇਹ ਸਤਿਗੁਰੂ ਜੀ ਦੀ ਬਖਸ਼ਿਸ਼, ਜਿਹੜਾ ਪਹਿਲਾ ਹਸਪਤਾਲ ਹੈ ਉਹ ਸ਼ਹੀਦ ਭਗਤ ਸਿੰਘ ਨਗਰ ਵਿਖੇ ਭਾਈ ਦਇਆ ਸਿੰਘ ਜੀ ਦੇ ਨਾਮ ਦੇ ਉੱਪਰ ਦਾਸ ਨੇ, ਜਿਵੇਂ ਪਹਿਲੇ ਹੀ ਦੱਸਿਆ ਜੀ ਜੀ, ਭਾਈ ਦਇਆ ਸਿੰਘ ਜੀ ਚੈਰੀਟੇਬਲ ਹਸਪਤਾਲ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ। ਹਾਂਜੀ। ਤੇ ਦੂਸਰਾ ਜਿਹੜਾ ਹਸਪਤਾਲ ਹੈ ਉਹ ਪ੍ਰੇਮ ਵਿਹਾਰ, ਟਿੱਬਾ ਰੋਡ, ਤਾਜਪੁਰ ਰੋਡ ਦੇ ਨੇੜੇ, ਜਿਹੜਾ ਲੁਧਿਆਣੇ ਦਾ ਬਹੁਤ ਗਰੀਬ ਇਲਾਕਾ ਹੈ ਜੀ, ਉੱਥੇ ਦੂਸਰਾ ਹਸਪਤਾਲ ਹੈ। ਤੇ ਤੀਸਰਾ ਹਸਪਤਾਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਬਾ ਥਾਨ ਸਿੰਘ ਚੌਂਕ, CMC ਦੇ ਕੋਲ ਹੀ ਬਾਬਾ ਥਾਨ ਸਿੰਘ ਚੌਂਕ ਹੈ, ਉੱਥੇ ਭਾਈ ਦਇਆ ਸਿੰਘ ਜੀ ਆਈਜ਼ ਐਂਡ ਡੈਂਟਲ ਦੇ ਨਾਮ ਦੇ ਉੱਪਰ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਤੀਸਰਾ ਹਸਪਤਾਲ ਚੱਲ ਰਿਹਾ। ਤੇ ਜਿਹੜੀਆਂ ਅਕੈਡਮੀਆਂ ਨੇ, ਇਹ ਯੂਨਿਟ 2 ਜਿੱਥੇ ਹਸਪਤਾਲ ਹੈ ਜੀ ਲੁਧਿਆਣੇ ਵਿਖੇ ਤਾਜਪੁਰ ਰੋਡ, ਉਹਦੇ ਉੱਪਰ ਹੀ ਅਕੈਡਮੀਆਂ ਚੱਲ ਰਹੀਆਂ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਵਰਤ ਰਹੀ ਹੈ ਜੀ। ਇਹ ਭਾਈ ਸਾਹਿਬ ਜੀ, ਜਿਵੇਂ ਆਪਣੇ ਕੋਲ ਪਹਿਲਾਂ ਇੱਕ ਹਸਪੀਟਲ ਸੀਗਾ, ਫਿਰ ਇਹ ਦੂਸਰੇ ਯੂਨਿਟ ਦੀ ਕਿਉਂ ਖੋਲਣ ਦੀ ਤੁਹਾਨੂੰ ਲੋੜ ਪੈ ਗਈ? ਇਹ ਮਹਾਰਾਜ ਦੀ ਕਿਰਪਾ, ਜਿਵੇਂ ਇੱਕ ਸਤਿਪੁਰਸ਼ਾਂ ਦੇ ਮੈਂ ਬਚਨ ਸੁਣੇ ਸੀਗੇ ਜੀ ਜੀ, ਉਹਨਾਂ ਨੇ ਕਿਹਾ ਜੀ ਸੇਵਾ ਦਾ ਫਲ ਕੀ? ਕੋਈ ਕਹਿੰਦਾ ਜੀ ਸੁੱਖ ਮਿਲ ਜਾਂਦੇ ਨੇ, ਕੋਈ ਕਹਿੰਦਾ ਦੁੱਖ ਦੂਰ ਹੋ ਜਾਂਦੇ ਨੇ ਜੀ ਜੀ। ਫਿਰ ਉਹਨਾਂ ਨੇ ਸਮੱਤ ਦਿੱਤੀ ਮਹਾਂਪੁਰਖਾਂ ਨੇ, ਉਹ ਕਹਿੰਦੇ ਜੀ ਸੇਵਾ ਦਾ ਫਲ ਹੈ ਸੇਵਾ। ਜਦੋਂ ਸਾਹਿਬ ਕਿਸੇ ਸੇਵਾ ਤੇ ਪ੍ਰਸੰਨ ਹੋ ਜਾਣ ਤੇ ਉੱਤਰ ਉੱਠ ਕੇ ਇੱਕ ਸੇਵਾ ਹੋਰ ਦੇ ਦਿੰਦੇ ਜੀ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਕਨ੍ਹਈਆ ਜੀ ਦੀ ਸੇਵਾ ਬਹੁਤ ਪਿਆਰੀ ਲੱਗੀ, ਬਹੁਤ ਚੰਗੀ ਲੱਗੀ। ਮਨ ਰੀਝ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿ ਭਾਈ ਕਨ੍ਹਈਆ ਜੀ ਨੇ ਬੜਾ ਉੱਤਮ ਕੰਮ ਕੀਤਾ ਜਲ ਛਕਾ ਕੇ। ਤੇ ਇੰਨੇ ਰੀਝੇ ਕਿ ਸੇਵਾ ਦਾ ਫਲ ਕੀ ਦਿੱਤਾ ਭਾਈ ਕਨ੍ਹਈਆ ਜੀ ਨੂੰ? ਮਲਮ ਦੀ ਡੱਬੀ ਦਿੱਤੀ, ਇੱਕ ਹੋਰ ਸੇਵਾ ਕਿ ਆਹ ਲੈ ਭਾਈ ਕਨ੍ਹਈਆ ਜਾ, ਹੁਣ ਦੂਸਰੀ ਸੇਵਾ ਕਰ, ਤੇਰੀ ਸੇਵਾ ਤੋਂ ਇੰਨੇ ਪ੍ਰਸੰਨ। ਜਦੋਂ ਸਤਿਗੁਰ ਰੀਝਦੇ ਨੇ, ਮੇਰਾ ਅਨੁਭਵ ਇਹ ਹੈ ਕਿ ਕਿਸੇ ਵੀ ਚੀਜ਼ ਤੋਂ ਰੀਝਣਗੇ ਤੇ ਉਹ ਹੋਰ ਸੇਵਾ ਤੁਹਾਡੀ ਝੋਲੀ 'ਚ ਪਾ ਦੇਣਗੇ। ਬਿਲਕੁਲ। ਇਹ ਸਵਾਲ ਜਿਹੜਾ ਸੀਗਾ ਆਪ ਜੀ ਦਾ ਕਿ ਦੂਸਰਾ ਹਸਪਤਾਲ ਖੋਲ੍ਹਣ ਦੀ ਕੀ ਲੋੜ ਪਈ, ਮੈਂ ਦੱਸਣਾ ਚਾਹਾਂਗਾ ਕਿ ਮਨ ਤਾਂ ਨਹੀਂ ਸੀ। ਅੱਛਾ ਜੀ, ਸੱਚਾਈ ਹੈ ਜੀ ਜੀ। ਇੱਕੋ ਹਸਪਤਾਲ ਦੇ ਵਿੱਚ ਹੀ ਅਸੀਂ ਸੰਤੁਸ਼ਟ ਸੀਗੇ ਕਿ ਵੀ ਠੀਕ ਹੈ, ਮਨੁੱਖਤਾ ਦੀ ਸੇਵਾ ਹੋ ਰਹੀ ਹੈ ਜੀ ਜੀ। ਪਰ ਗੁਰੂ ਨਾਨਕ ਦੀ ਮੌਜ ਇਹ ਬਣ ਗਈ ਸੀ ਕਿ ਨਹੀਂ, ਇੱਕ ਹਸਪਤਾਲ ਹੋਰ ਚਾਹੀਦਾ ਜੀ ਜੀ। ਔਰ ਚਾਹੀਦਾ ਵੀ ਉਸ ਇਲਾਕੇ 'ਚ, ਸ਼ਾਇਦ ਹੋ ਸਕਦਾ ਉਹ ਇਲਾਕੇ ਦੀ ਮੰਗ ਹੋਏਗੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਬੇਨਤੀਆਂ ਹੋਣਗੀਆਂ ਜਾਂ ਉਧਰ ਦੇ ਜੀਆਂ ਦੀਆਂ ਹੋਣਗੀਆਂ, ਤੇ ਕੋਈ ਐਸਾ ਸਬਬ ਬਣ ਗਿਆ, ਕੋਈ ਭਾਣਾ ਬਣ ਗਿਆ ਕਿ ਉੱਥੇ ਸਾਨੂੰ ਇੱਕ ਸਿੰਘ ਨੇ ਉਹ ਜਗ੍ਹਾ ਡੋਨੇਟ ਕਰਤੀ। ਅੱਛਾ ਜੀ, ਕਿ ਆਹ ਜਗ੍ਹਾ ਤੁਸੀਂ, ਮੈਂ ਫ੍ਰੀ ਦੀ ਦੇਣਾ। ਹਾਂਜੀ। ਹੁਣ ਮਨ ਨਹੀਂ ਸੀ, ਉਹ ਡੋਨੇਸ਼ਨ ਉਹਨਾਂ ਨੇ ਦੇਤੀ, ਸਾਨੂੰ ਡੋਨੇਟ ਕਰਤਾ। ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦੇ ਨਾਮ ਰਜਿਸਟਰੀ ਹੋ ਗਈ
ਜੀ ਜੀ ਜਿਤਨੀ ਵੀ ਸਾਡੀ ਐਸੈਟਸ ਹੈ ਹਾਂਜੀ ਉਹ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦੇ ਨਾਮ ਦੇ ਉੱਪਰ ਹੀ ਸਾਰੀ ਐਸੈਟਸ ਹੈ। ਜੀ ਜੀ ਤੇ ਫਿਰ ਉਸ ਇਲਾਕੇ ਨੂੰ ਦੇਖਦੇ ਆਏ ਮਨ ਨਹੀਂ ਸੀ ਕਿ ਵੀ ਇੱਥੇ ਚਲੋ ਮਹਾਰਾਜ ਨੇ ਕਿਰਪਾ ਕੀਤੀ, ਨੀਂਹ ਪੱਥਰ ਵੀ ਰੱਖਿਆ ਗਿਆ। ਹੁਣ ਜਿਹੜੀ ਕਮਾਲ ਦੀ ਗੱਲ ਹੋਈ ਹੈ, ਬੜਾ ਚੰਭੇ ਵਾਲੀ ਗੱਲ ਹੈ ਜੀ। ਜਦੋਂ ਦਾਸ ਨੀਂਹ ਪੱਥਰ ਰੱਖ ਕੇ ਆਪਾਂ ਨਿਕਲੇ ਆ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਸਿਮਰਨ ਸਾਧਨਾ ਉਸ ਦਿਨ ਉੱਥੇ ਕੀਤੀ ਸੀ ਜੀ। ਜੀ। ਔਰ ਸਿਮਰਨ ਸਾਧਨਾ ਦੇ ਵਿੱਚ 5 ਸਿੰਘਾਂ ਨੇ ਉੱਥੇ ਨੀਂਹ ਪੱਥਰ ਰੱਖਿਆ ਸੀ। ਤੇ ਸੰਗਤ ਜਦੋਂ ਸਾਰੀ ਚਲੀ ਗਈ, ਦਾਸ ਵੀ ਜਦੋਂ ਆਪਣੀ ਗੱਡੀ 'ਚ ਬੈਠਾ, ਸੰਗਤਾਂ ਨਾਲ ਸਨ। ਜੀ ਜੀ ਜਦੋਂ ਇਹ ਚੱਲਣ ਲੱਗੇ ਤੇ ਇੱਕ ਬਜ਼ੁਰਗ ਬਾਬਾ, ਕੋਈ ਚਿਹਰੇ ਤੇ ਕੋਈ ਤੇਜ ਸੀ ਜੀ, ਜੀ ਜੀ ਗੋਲ ਜਿਹਾ ਉਹਨਾਂ ਨੇ ਦਸਤਾਰਾ ਸਜਾਇਆ ਸੀ, ਚੋਲਾ ਪਾਇਆ ਸੀ। ਜੀ ਮੇਰਾ ਸ਼ੀਸ਼ਾ ਉਹਨਾਂ ਨੇ ਨੌਕ ਕੀਤਾ, ਮੈਂ ਸ਼ੀਸ਼ਾ ਖੋਲਿਆ। ਮਨ 'ਚ ਕਾਹਲੀ ਸੀ ਵੀ ਜਲਦੀ ਚੱਲੀਏ, ਹੁਣ ਘਰ ਨੂੰ ਸਮਾਂ ਹੋ ਰਿਹਾ। ਤੇ ਮੈਨੂੰ ਪੁੱਛਣ ਲੱਗੇ, ਕਹਿੰਦੇ ਭਾਈ ਸਾਹਿਬ ਆਪ ਜੀ ਹਸਪਤਾਲ ਬਣਾ ਰਹੇ ਹੋ ਇੱਥੇ? ਮੈਂ ਕਿਹਾ ਸਤਿਗੁਰੂ ਜੀ ਬਣਵਾ ਰਹੇ ਨੇ, ਸੰਗਤਾਂ ਬਣਵਾ ਰਹੀਆਂ ਨੇ। ਕਹਿੰਦੇ ਜੀ ਬਹੁਤ ਲੋੜ ਸੀ ਇੱਥੇ, ਹਾਂ ਜੀ ਇੱਥੇ ਬਹੁਤ ਲੋੜ ਸੀ, ਸੰਗਤਾਂ ਦੀ ਬਹੁਤ ਡਿਮਾਂਡ ਸੀ, ਮੰਗ ਸੀ। ਜੀ ਜੀ ਬੜਾ ਪਰਉਪਕਾਰ, ਬੜਾ ਉੱਤਮ ਕੰਮ ਕਰ ਰਹੇ ਹੋ। ਹੁਣ ਮੇਰਾ ਮਨ ਕਾਲਾ ਪਿਆ ਸੀ, ਮੈਂ ਥੋੜਾ ਜਲਦੀ ਚਲੀਏ। ਮੈਂ ਕਿਹਾ ਜੀ ਮਹਾਰਾਜ ਸਤਿਗੁਰ ਦੀ ਕਿਰਪਾ ਹੈ। ਤੇ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ 5-7 ਦਿਨ ਪਹਿਲੇ ਕਿਤੇ ਦਾਸ ਬੈਠਾ ਸੀ ਤੇ ਕਿਸੇ ਸਿੰਘ ਦੇ ਕੋਲ ਉਹਨੇ ਮੈਨੂੰ ਵਧਾਈ ਦਿੱਤੀ ਕਿ ਸੁਣਿਆ ਜੀ ਤੁਸੀਂ ਜਗ੍ਹਾ ਲੈ ਲਈ ਹੈ ਤੇ 5-7 ਦਿਨ ਬਾਅਦ ਤੁਸੀਂ ਨੀਂਹ ਪੱਥਰ ਰੱਖਣਾ ਤੇ ਬੜੀ ਕਿਰਪਾ। ਕਹਿੰਦੇ ਕਦ ਤੱਕ ਸ਼ੁਰੂ ਕਰੋਗੇ ਹਸਪਤਾਲ? ਜੀ ਸੁਭਾਵਕ ਉਹਨੇ ਸਵਾਲ ਕੀਤਾ। ਤੇ ਮੈਂ ਉਹਨੂੰ ਇਹ ਕਿਹਾ ਭਾਈ ਇਹਨੂੰ ਤਾਂ ਆਰਾਮ ਦੇ ਨਾਲ 5-7 ਸਾਲ ਲਾ ਕੇ ਸ਼ੁਰੂ ਕਰਾਂਗੇ, ਸਹਿਜ ਸਹਿਜ ਜਿਵੇਂ ਮਾਇਆ ਆਏਗੀ। ਜੀ ਜੀ ਵੀ ਉਹ ਦੌੜ ਨਹੀਂ ਲਾਣੀ, ਵੀ ਜਿਵੇਂ ਜਿਵੇਂ ਮਾਇਆ ਆਏਗੀ ਲਾਈ ਜਾਵਾਂਗੇ, 5-7 ਸਾਲ ਆਰਾਮ ਦੇ ਨਾਲ ਲਾਵਾਂਗੇ ਜੀ। ਤੇ ਹੁਣ ਮੈਂ ਉੱਥੇ ਆ ਰਿਹਾ, ਉਹ ਬਜ਼ੁਰਗ ਬਾਬਾ ਮੈਨੂੰ ਕਹਿਣ ਲੱਗਾ, ਕਹਿੰਦੇ ਬੜਾ ਪਰਉਪਕਾਰ ਦਾ ਕੰਮ ਕਰ ਰਹੇ ਹੋ। ਮੈਂ ਕਿਹਾ ਜੀ ਮਹਾਰਾਜ ਦੀ ਕਿਰਪਾ ਹੈ, ਚਲੋ। ਮੈਨੂੰ ਕਹਿੰਦਾ ਭਾਈ ਸਾਹਿਬ ਇੱਕ ਗੱਲ ਕਰਨੀ। ਹਾਂ ਮੈਂ ਕਹੀ ਦੱਸੋ। ਕਹਿੰਦੇ ਜੇ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਚੱਲ ਰਿਹਾ ਕਿ ਇਸ ਹਸਪਤਾਲ ਨੂੰ ਅਸੀਂ 5-7 ਸਾਲਾਂ ਦੇ ਵਿੱਚ ਕੰਪਲੀਟ ਕਰਨਾ ਹੈ, ਜੀ ਜੀ ਬਣਾਉਣਾ ਹੈ, ਤੇ ਕਹਿੰਦੇ ਇਹ ਵਿਚਾਰ ਆਪਣੇ ਮਨ ਤੋਂ ਹਟਾ ਦਿਓ। ਜੀ ਜੀ ਜਦੋਂ ਉਹਨੇ ਆਹ ਗੱਲ ਕਹੀ ਤੇ ਮੈਂ ਇੱਕਦਮ ਉਹਦੇ ਚਿਹਰੇ ਵੱਲ ਵੇਖਿਆ। ਮੈਂ ਕਿਹਾ ਕੌਣ ਹੈ ਵੀ ਜਿਹੜਾ ਮੇਰੇ ਦਿਲ ਦੀ ਗੱਲ ਆ 5 ਦਿਨ ਪਹਿਲੇ ਮੈਂ ਆਹੀ ਹੂ ਬਹੂ ਆਹੀ ਲਫ਼ਜ਼ ਵਰਤੇ, ਤੇ ਇਹ ਕਿਵੇਂ ਮੈਨੂੰ ਇਹ ਚੀਜ਼ ਦੱਸ ਰਿਹਾ? ਜੀ ਇਹ ਬੜੀ ਕਮਾਲ ਦੀ ਗੱਲ ਸੀ ਜੀ। ਮੈਂ ਹੈਰਾਨ ਹੋ ਗਿਆ ਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ, ਹੋਵੇ ਨਾ ਹੋਵੇ ਕਿ ਕੋਈ ਇਹ ਗੁਰੂ ਘਰ ਰੰਗਿਆ ਕੋਈ ਪਿਆਰਾ ਹੀ ਹੋਵੇਗਾ, ਬਿਲਕੁਲ। ਤੇ ਕਿਉਂ ਨਾ ਹੋਵੇ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ। ਵਰਤਦਾ ਠੀਕ ਹੈ, ਵਰਤਦੇ ਨੇ। ਗੁਰੂ ਸਾਹਿਬ ਸਤਿਗੁਰ ਜੀ ਦੀ ਪ੍ਰਭ ਜੀ ਬਸੇ ਸਾਧਕੀ ਰਸਨਾ, ਗੁਰਮੁਖਾਂ ਦੇ ਰਸਨਾ ਤੇ ਬੈਠੇ ਹੁੰਦੇ ਨੇ। ਮੇਰਾ ਚਿੱਤ ਕੀਤਾ ਕਿ ਕਿਉਂ ਨਾ ਹੋਵੇ ਇਹਨਾਂ ਗੁਰਮੁਖਾਂ ਦੇ ਕੋਲੋਂ ਕੋਈ ਬਚਨ ਕਢਵਾਏ ਜਾ। ਜੀ ਮੈਂ ਕਿਹਾ ਫਿਰ ਕੀ ਚਾਹੁੰਦੇ ਹੋ? ਉਹ ਕਹਿੰਦੇ ਭਾਈ ਸਾਹਿਬ 5-7 ਸਾਲਾਂ ਦੇ ਵਿੱਚ ਇਹ ਕੰਪਲੀਟ ਨਹੀਂ ਹੋਏਗਾ, ਇਹਨੂੰ 1.25 ਸਾਲ ਦੇ ਵਿੱਚ ਆਪ ਜੀ ਨੇ ਸ਼ੁਰੂ ਕਰਨਾ, 1.25 ਸਾਲ 'ਚ ਚਲਾਣਾ। ਮੈਂ ਕਿਹਾ ਜੀ 2.25 ਕਰੋੜ ਦਾ ਇਹ ਕਨਸੈਪਟ ਹੈ ਜੀ। ਇਹ 2.25 ਕਰੋੜ ਦਾ ਕਨਸੈਪਟ ਹੈ ਤੇ ਭਾਈ ਸਾਹਿਬ ਜੀ ਇਹ 1.25 ਸਾਲ 'ਚ ਕਿਵੇਂ ਸ਼ੁਰੂ ਹੋ ਸਕਦਾ ਹੈ? ਨਾ ਮੁਮਕਿਨ ਹੈ। ਉਹ 20 ਰਸਤੇ ਚਾਹੇ ਜੋ ਦਾਸ ਚਾਹੁੰਦਾ ਸੀ, ਉਹ 20 ਰਸ ਦੇ ਚਾਹੇ ਤੇ 20 ਰਸ 'ਚ ਆ ਕੇ ਉਹਨਾਂ ਨੇ ਆਪਣੀ ਰਸਨਾ 'ਚੋਂ ਇਹ ਵਾਕ ਕੱਢਤਾ। ਕਹਿੰਦੇ ਭਾਈ ਸਾਹਿਬ ਤਿਆਰ ਤਾਂ 1.25 ਸਾਲ ਵਿੱਚ ਹੀ ਹੋਏਗਾ। ਜੀ ਜੀ ਤੁਸੀਂ ਹਿੰਮਤ ਨਹੀਂ ਹਾਰਨੀ, ਗੁਰੂ ਨਾਨਕ ਸਹਾਈ ਹੋਣਗੇ ਔਰ 1.25 ਸਾਲ 'ਚ ਇਹ ਸੰਗਤਾਂ ਦੀ ਸੇਵਾ ਦੇ ਵਿੱਚ ਇਹ ਹਸਪਤਾਲ ਸ਼ੁਰੂ ਹੋਏਗਾ। ਜੀ ਜੀ ਬਸ ਮੈਂ ਇਹੀ ਰਸਨਾ ਤੋਂ ਉਹਨਾਂ ਦੇ ਘਟਾਣਾ ਚਾਹੁੰਦਾ ਸੀ, ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ। ਗੁਰਸਿੱਖ ਸਿੱਖ ਗੁਰੂ ਹੈ ਇੱਕ, ਬਸ ਜੀ ਬਖਸ਼ਿਸ਼ ਹੋ ਗਈ ਫਿਰ। ਮੇਰਾ ਹੋ ਗਈਆਂ। ਵਾਹ ਵਾਹ। ਤੇ ਉਹਨਾਂ ਨੇ ਫਿਰ ਦੇਖੋ ਦੂਸਰੀ ਮੇਰ ਹੋਰ ਕੀ ਕੀਤੀ, ਖਾਲੀ ਬਚਨ ਨਹੀਂ ਕੀਤੇ। ਜੀ ਉਹ ਕਹਿੰਦੇ ਜਦੋਂ ਇਹ ਕਿਹਾ ਨਾ 1.25 ਸਾਲ ਦੇ ਵਿੱਚ ਹੀ ਸ਼ੁਰੂ ਹੋਏਗਾ। ਹਾਂ ਹਾਂ ਮੈਂ ਕਿਹਾ ਜੀ ਕੋਈ ਖਾਲਾ ਜੀ ਦਾ ਵਾੜਾ ਹੈ ਵੀ 1.25 ਸਾਲ? ਕਹਿੰਦੇ ਸ਼ੁਰੂ ਹੋਏਗਾ। ਖੀਸੇ 'ਚੋਂ 20 ਰੁਪਏ ਕੱਢੇ, 20 ਰੁਪਏ ਦਾ ਨੋਟ ਸੀ ਜੀ ਤੇ 20 ਰੁਪਏ ਦਾ ਨੋਟ ਕੱਢ ਕੇ ਭਾਈ ਸਾਹਿਬ ਜੀ ਮੇਰੀ ਤਲੀ ਤੇ ਉਹਨਾਂ ਨੇ ਰੱਖ ਦਿੱਤਾ। ਕਹਿੰਦੇ ਤਲੀ ਕਰੋ। ਮੈਂ ਜਦੋਂ ਤਲੀ ਇਦਾਂ ਕੀਤੀ ਤੇ 20 ਰੁਪਏ ਦਾ ਨੋਟ। ਜੀ ਜੀ ਔਰ ਵੀਰ ਜੀ ਉਹ ਜਦੋਂ ਮੈਂ ਉਹ 20 ਰੁਪਏ ਦੇਖੇ, ਮੈਂ ਆਪਣਾ ਅਨੁਭਵ ਦੱਸ ਸਕਦਾ, ਮੈਨੂੰ ਉਹ 20 ਰੁਪਏ ਗੁਰੂ ਨਾਨਕ ਦੇ 20 ਰੁਪਏ ਲੱਗੇ। ਵਾਹ ਵਾਹ। ਕਿ ਮੈਨੂੰ ਲੱਗਦਾ ਗੁਰੂ ਨਾਨਕ ਨੇ 20 ਰੁਪਏ ਬਰਕਤ 'ਚ ਦੇ ਦਿੱਤੇ। ਵਾਹ ਵਾਹ। ਕਹਿੰਦੇ ਜਾਓ ਹੁਣ ਮਾਲਕ ਮਿਹਰ ਕਰਨਗੇ। ਉਹ 20 ਰੁਪਏ ਦੇ ਨਾਲ ਅਸੀਂ ਖਾਤਾ ਖੋਲਿਆ ਵਾਹ ਵਾਹ। ਆਪਣੇ ਉਸ ਹਸਪਤਾਲ ਦਾ। ਤੇ ਕਮਾਲ ਦੀ ਗੱਲ ਹੈ ਜੀ, ਭਾਵੇਂ ਉਹ 2.25 ਕਰੋੜ ਦਾ ਪ੍ਰੋਜੈਕਟ ਸੀ, ਭਾਵੇਂ ਉਹ ਕੰਪਲੀਟ 5-7 ਸਾਲ ਦੇ 'ਚ ਹੋਣਾ ਸੀ, ਜੀ ਜੀ
ਆਨੰਦ ਦੀ ਗੱਲ, ਮਜ਼ੇ ਦੀ ਗੱਲ ਇਹ ਹੋਈ ਹੈ ਕਿ 1.25 ਸਾਲ ਦੇ ਵਿੱਚ ਹੀ ਉਹ ਹਸਪਤਾਲ ਸੰਗਤਾਂ ਦੀ ਸੇਵਾ ਵਿੱਚ ਸ਼ੁਰੂ ਹੋਇਆ। ਉਹ ਗੁਰਮੁਖਾਂ ਦੇ ਬਚਨਾਂ ਸਦਕਾ। ਬਿਲਕੁਲ। ਸਾਨੂੰ ਨਹੀਂ ਪਤਾ ਲੱਗਾ ਜੀ ਕਿੱਥੋਂ ਮਾਇਆ ਆ ਰਹੀ ਹੈ, ਕਿੱਥੇ ਮਹਾਰਾਜ ਸਾਨੂੰ ਲੈ ਕੇ ਜਾ ਰਹੇ ਨੇ, ਕਿੱਥੋਂ ਕਿੱਥੋਂ ਮਾਇਆ ਦਵਾ ਰਹੇ ਨੇ, ਕਿਹੜੇ ਕਿਹੜੇ ਸੰਗੀਆਂ ਦੇ ਅੰਦਰੋਂ ਪ੍ਰੇਰਨਾ ਦੇ ਕੇ ਉਹਨਾਂ ਨੂੰ ਉਹ ਮਾਇਆ ਭੇਜ ਰਹੇ ਨੇ। ਸਾਨੂੰ ਕੁਝ ਨਹੀਂ ਪਤਾ ਲੱਗਾ। ਪਤਾ ਤਾਂ ਇਹ ਲੱਗਾ ਕਿ 1.25 ਸਾਲ ਬਾਅਦ ਹਸਪਤਾਲ ਸ਼ੁਰੂ ਹੋਇਆ। ਜਦੋਂ ਤੁਸੀਂ ਚੰਗੇ ਪਾਸੇ ਟੁਰਦੇ ਹੋ ਤੇ ਮਹਾਰਾਜ ਨਾਲ ਟੁਰ ਪੈਂਦੇ ਨੇ ਜੀ। ਗੁਰੂ ਨਾਨਕ ਸਾਹਿਬ ਜੀ ਨੇ ਉਹ ਆਪ ਵਿੱਚ ਵਰਤ ਕੇ ਫਿਰ ਉਹ ਸਾਰੇ ਕਾਰਜ ਜਿਹੜੇ ਉਹ ਕਰਵਾ ਲੈਂਦੇ ਨੇ। ਮੇਰਾ ਉਸੇ ਤਰ੍ਹਾਂ ਪ੍ਰਤੱਖ ਸਾਰਾ ਕੁਝ ਹੋ ਗਿਆ। ਜੀ ਜੀ। ਲੁਧਿਆਣੇ ਤੋਂ ਬਾਹਰ ਵੀ ਕੋਈ ਸੇਵਾਵਾਂ ਚੱਲ ਰਹੀਆਂ ਨੇ, ਕੋਈ ਯੂਨਿਟ ਨੇ ਤੁਹਾਡੇ? ਸਤਿਗੁਰੂ ਜੀ ਦੀ ਕਿਰਪਾ ਹੈ ਜੀ। ਜਿਵੇਂ ਲੁਧਿਆਣੇ ਦੀ ਸੰਗਤ, ਹੋਰ ਭਾਵੇਂ ਇੰਡੀਆ ਦੀ ਪੂਰੀ ਸੰਗਤ ਪਿਆਰ ਦਿੰਦੀ, ਦਿੱਲੀ ਦੇ ਵਿੱਚ ਇੱਕ ਸਾਡੀ ਇਹੀ ਸਭਾ ਦਾ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਦਾ ਇੱਕ ਯੂਨਿਟ ਦਿੱਲੀ ਵਿੱਚ ਆ। ਅੱਛਾ, ਦਿੱਲੀ ਵਿੱਚ ਵੀ ਹੈਗਾ ਜੀ। ਉਹਦਾ ਅਸੀਂ ਨਾਮ ਰੱਖਿਆ ਦਿੱਲੀ ਯੂਨਿਟ, ਨਾਮ ਹੀ ਦਿੱਲੀ ਯੂਨਿਟ ਰੱਖਿਆ। ਠੀਕ ਹੈ। ਉੱਥੇ ਵੀ ਜਿਹੜੇ ਜਿਵੇਂ ਆਪ ਜੀ ਨੂੰ ਦਾਸ ਨੇ ਦੱਸਿਆ ਕਿ 100 ਰੁਪਇਆ 200 ਰੁਪਇਆ ਹਰ ਮਹੀਨੇ ਡੋਨਰ ਬਣੇ ਨੇ, ਉੱਥੇ ਡੋਨਰ ਬਣੇ ਨੇ ਜੀ। ਤੇ ਉਹ ਬਹੁਤ ਪਿਆਰ ਵਾਲੀ ਰੂਹ ਗੁਰਮੁਖ ਪਿਆਰੇ ਸਰਦਾਰ ਜਸਬੀਰ ਸਿੰਘ ਜੀ, ਮੈਂ ਉਹਨਾਂ ਦਾ ਜ਼ਿਕਰ ਕੀਤੇ ਬਿਨਾਂ ਮੈਂ ਰਹਿ ਨਹੀਂ ਸਕਾਂਗਾ। ਉਹਨਾਂ ਦੇ ਪੂਰੇ ਪਰਿਵਾਰ ਨੇ ਜੀ ਤਨ ਮਨ ਵਾਰਤਾ, ਪੂਰਾ ਜਿਵੇਂ ਕਹਿ ਲਓ ਸਮਰਪਿਤ ਹੀ ਹੋ ਗਏ ਨੇ ਉਹ ਇਸ ਸੇਵਾ ਦੇ ਲਈ। ਜੀ ਜੀ। ਉਹਨਾਂ ਦੇ ਘਰ ਦੇ ਸਾਡੇ ਭੈਣ ਜੀ, ਉਹਨਾਂ ਦੇ ਬੱਚੇ, ਪੂਰਾ ਪਰਿਵਾਰ ਸਮਰਪਿਤ ਹੋਇਆ ਪਿਆ। ਉਹ ਪੂਰਾ ਮੁੱਖ ਉਹੀ ਸੰਭਾਲ ਰਹੇ ਨੇ। ਅੱਛਾ। ਤੇ ਨਾਲ ਉਹਨਾਂ ਦੇ ਸਹਿਯੋਗੀ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਨੇ। ਜੀ ਜੀ। ਤੇ ਉੱਥੋਂ ਵੀ ਸੋਹਣੀ ਰਕਮ ਮਹਾਰਾਜ ਦੀ ਕਿਰਪਾ ਹਰ ਮਹੀਨੇ ਸਾਡੇ ਅਕਾਊਂਟ ਦੇ ਵਿੱਚ ਆਉਂਦੀ, ਤੇ ਉੱਥੇ ਪੱਕੀਆਂ ਰਸੀਦਾਂ ਉੱਥੇ ਵੀ ਦਿੱਤੀਆਂ ਜਾ ਰਹੀਆਂ। ਇਹ ਖੁਸ਼ੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਹੈ ਕਿ ATG ਸਾਨੂੰ ਉਪਲਬਧ ਹੈ। ਉਹ ਭਾਵੇਂ ਰਸੀਦਾਂ ਇਨਕਮ ਟੈਕਸ 'ਚ ਪਾ ਕੇ ਬੰਦਾ ਰਿਬੇਟ ਲੈ ਸਕਦਾ 50%। ਤੇ ਗੁਰੂ ਨਾਨਕ ਸਾਹਿਬ ਦੀ ਮਿਹਰ, ਉੱਥੋਂ ਵੀ ਸੰਗਤਾਂ ਬਹੁਤ ਨਿੱਘਾ ਪਿਆਰ ਹਰ ਮਹੀਨੇ ਦੇ ਰਹੀਆਂ। ਇਹ ਭਾਈ ਜਸਬੀਰ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ, ਉਹਨਾਂ ਸਾਰਿਆਂ ਦੇ ਉਦਮ ਸਦਕਾ। ਜਿਵੇਂ ਇੱਥੇ ਮਹਾਰਾਜ ਦੀ ਕਿਰਪਾ, ਦਾਸ ਦੀ ਸੇਵਾ ਮਹਾਰਾਜ ਨੇ ਲਾਈ ਹੈ ਕੀਰਤਨ ਦੀ। ਭਾਈ ਦਇਆ ਸਿੰਘ ਜੀ ਸਾਡਾ ਇਸਤਰੀ ਵਿੰਗ ਵੀ ਹੈ। ਅੱਛਾ ਜੀ। ਉਹ ਇਸ ਕਰਕੇ ਇਸਤਰੀ ਵਿੰਗ ਹੋਇਆ ਜੀ ਕਿ ਬੀਬੀਆਂ ਇੱਕ ਵਾਰੀ ਇਕੱਠੇ ਹੋ ਕੇ ਦਾਸ ਦੇ ਕੋਲ ਆ ਗਏ। ਜੀ ਜੀ। ਹਰ ਇਲਾਕੇ ਦੀ ਪਿਆਰ, ਮੈਂ ਆਪ ਜੀ ਨੂੰ ਦੱਸਿਆ ਕਿ ਸੰਗਤਾਂ ਪਿਆਰ ਬਖਸ਼ਦੀਆਂ। ਜੀ ਜੀ। ਉਹ ਕਹਿੰਦੇ ਜੀ ਅਸੀਂ ਵੀ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ। ਜੀ। ਤੇ ਉਹ ਹਰ ਇਲਾਕੇ ਦੇ ਵਿੱਚੋਂ ਥੋੜੀ ਥੋੜੀ ਬੀਬੀਆਂ, ਇੱਕ ਜੱਥਾ ਵੱਡਾ ਬਣ ਗਿਆ। ਉਹ ਕੀਰਤਨ ਦੀ ਸੇਵਾ ਕਰਕੇ ਉਹ ਵੀ ਇਸ ਹਸਪਤਾਲ ਦੇ
ਵਿੱਚ ਬੜਾ ਯੋਗਦਾਨ। ਤੇ ਇਹੀ ਚੀਜ਼ ਦਿੱਲੀ ਵੀ ਚੱਲ ਰਹੀ ਹੈ ਜੀ। ਉੱਥੇ ਖਾਲੀ ਮਾਇਆ ਡੋਨਰਸ਼ਿਪ ਤੋਂ ਨਹੀਂ, ਉੱਥੇ ਕੀਰਤਨ ਦਾ ਜੱਥਾ ਸਾਡਾ ਭਾਈ ਦਇਆ ਸਿੰਘ ਨਿਸ਼ਕਾਮ ਸਤਸੰਗ ਸਭਾ ਦਾ ਜਸਬੀਰ ਸਿੰਘ ਜੀ ਦੇ ਅੰਡਰ ਉਹ ਸਾਰਾ ਰਨ ਕਰ ਰਿਹਾ। ਔਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ, ਘਰਾਂ ਦੇ ਵਿੱਚ, ਕੀਰਤਨ ਦਰਬਾਰਾਂ 'ਚ ਉਹ ਹਾਜ਼ਰੀਆਂ ਭਰਦੇ। ਤੇ ਉੱਥੇ ਵੀ ਇਹੀ ਚੀਜ਼ ਹੈ, ਜਿਹੜੀ ਮਾਇਆ ਉਹਨਾਂ ਨੂੰ ਲਿਫਾਫਾ ਮਿਲਦਾ ਜਾਂ ਸੰਗਤ ਵੱਲੋਂ ਮਿਲਦਾ, ਉਹ ਇੱਕ ਇੱਕ ਰਸੀਦ ਦਿੱਤੀ ਜਾਂਦੀ ਹੈ ਮਾਇਆ ਦੀ, ਤੇ ਉਹ ਮਾਇਆ ਇੱਥੇ ਪਹੁੰਚਦੀ ਡੋਨਰਸ਼ਿਪ ਤੋਂ। ਤੇ ਦਿੱਲੀ ਜਿਹੜਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਬੜੀ ਮਹਾਰਾਜ ਜੀ ਦੀ ਬਖਸ਼ਿਸ਼ ਹੈ ਜੀ। ਜ਼ਿੰਦਗੀ 'ਚ ਦੋ ਹੀ ਗੱਲਾਂ ਹੁੰਦੀਆਂ ਵੀ ਬੰਦਾ ਤਨ ਕਰਕੇ ਵੀ ਤੰਦਰੁਸਤ ਰਵੇ ਤੇ ਮਨ ਕਰਕੇ ਵੀ। ਵਾਹਿਗੁਰੂ। ਤੇ ਤੁਹਾਨੂੰ ਮਹਾਰਾਜ ਨੇ ਦੋਨੋਂ ਬਖਸ਼ਿਸ਼ਾਂ ਕੀਤੀਆਂ ਨੇ ਵੀ ਮੇਰਾ ਸਤਿਗੁਰੂ ਜੀ। ਤਨ ਕਰਕੇ ਤੰਦਰੁਸਤ ਰਹੇ, ਹਸਪੀਟਲ ਬਣਾ ਲਏ ਨੇ, ਤੇ ਮਨ ਦੀ ਖੁਸ਼ਹਾਲੀ ਲਈ ਤੁਸੀਂ ਕੀਰਤਨ ਦੀ ਸ਼ਹਿਬਰ ਲਾਉਂਦੇ ਹੋ। ਗੁਰੂ ਨਾਨਕ ਸਾਹਿਬ ਜੀ ਤੇ ਮਹਾਰਾਜ ਜੀ ਦੋਨਾਂ ਹੱਥਾਂ ਨਾਲ ਦਾਤਾ ਤੁਹਾਡੀ ਝੋਲੀ 'ਚ ਪਾ ਰਹੇ ਨੇ। ਤੇ ਹੁਣ ਤੁਹਾਡੇ ਕੀਰਤਨ ਦੇ ਕੀ ਰੁਝੇਵੇਂ ਨੇ? ਕਿਸ ਤਰ੍ਹਾਂ ਕੀਰਤਨ ਦੇ ਤੁਹਾਡੇ ਸਮਾਗਮ ਚੱਲਦੇ ਨੇ? ਮੇਰਾ ਨੇ ਜੀ ਸਤਿਗੁਰੂ ਜੀ ਦੀਆਂ। ਜੀ ਜੀ ਜਿਵੇਂ ਕਹਿੰਦੇ ਨਾ, ਬੰਦਾ ਆਪਣਾ ਸ਼ਡਿਊਲ ਆਪ ਤਿਆਰ ਕਰਦਾ ਜੀ ਜੀ ਕਿ ਮੇਰੇ ਹੁਣ ਕੱਲ ਦਾ ਸ਼ਡਿਊਲ ਆ ਹੈ, ਪਰਸੋਂ ਦਾ ਆ ਹੈ। ਮੈਨੂੰ ਤਾਂ ਇਹੋ ਲੱਗਦਾ ਹੈ, ਮੈਨੂੰ ਕਹਿੰਦੇ ਆ ਕੋਈ ਇਸ ਚੀਜ਼ ਦੀ ਸ਼ਰਮ ਨਹੀਂ, ਮੈਨੂੰ ਇਹੋ ਲੱਗਦਾ ਹੈ ਜਿਵੇਂ ਮੇਰਾ ਸ਼ਡਿਊਲ ਗੁਰੂ ਨਾਨਕ ਆਪ ਹੀ ਸੈੱਟ ਕਰਦੇ ਨੇ ਕਿ ਬਈ ਤੁਹਾਨੂੰ ਇੰਨੇ ਹੀ ਕੀਰਤਨ ਦੇਣੇ, ਇੰਨਾ ਸਮਾਂ ਤੁਹਾਡਾ ਹਸਪਤਾਲਾਂ 'ਚ ਲੱਗਣਾ ਹੈ, ਇੰਨਾ ਇੱਥੇ ਲੱਗਣਾ। ਉਸ ਮੁਤਾਬਕ ਜਿਵੇਂ ਜਿਵੇਂ ਮਹਾਰਾਜ ਜੈ ਖਿੰਚੇ ਤੈਂ ਜਾਉ ਵਾਲੀ ਗੱਲ ਹੈ ਜੀ। ਜਿੱਥੇ ਸਤਿਗੁਰੂ ਜੀ ਬਿਠਾਈ ਜਾਂਦੇ ਨੇ, ਜਿੱਥੇ ਜਿੱਥੇ ਭੇਜਦੇ ਨੇ, ਇਸ਼ਾਰਾ ਹੋ ਜਾਂਦਾ। ਕਾਨਪੁਰ ਚਲੇ ਜਾਓ, ਕਾਨਪੁਰ ਚਲੇ ਜਾਣਾ, ਦਿੱਲੀ ਦਿੱਲੀ ਚਲੇ ਜਾਓ, ਇੱਧਰ ਚਲੇ ਜਾਓ, ਬੰਬੇ ਚਲੇ ਜਾਓ, ਜੇ ਇੱਥੇ ਬਿਠਾਣਾ ਤੇ ਇੱਥੇ ਬਿਠਾ ਕੇ ਸੇਵਾ ਲੈ ਲੈਂਦੇ। ਸਿਮਰਨ ਦੇ ਵੀ, ਸਿਮਰਨ ਸਾਧਨਾ ਦੇ ਵੀ ਤੁਹਾਡੇ ਸਮਾਗਮ ਕੁਝ ਚੱਲਦੇ ਨੇ ਗੁਰਦੁਆਰਿਆਂ 'ਚ ਜੀ। ਮਹਾਰਾਜ ਜੀ ਦੀ ਬੜੀ ਕਿਰਪਾ ਹੈ ਜੀ। ਇਹ ਪਹਿਲੇ ਸਿਮਰਨ ਸਾਧਨਾ ਹੁੰਦੀ ਸੀ ਘਰਾਂ ਘਰਾਂ ਦੇ ਵਿੱਚ। ਅੱਛਾ ਜੀ। ਤੇ ਫਿਰ ਕਿਸੇ ਗੁਰਮੁਖਾਂ ਦੇ ਅਸੀਂ ਬਚਨ ਸੁਣੇ ਕਿ ਘਰਾਂ ਦੇ ਵਿੱਚ ਰੌਣਕ ਲਾਉਣ ਵਾਲਿਓ, ਗੁਰਦੁਆਰੇ ਤੁਸੀਂ ਸੁਣਨੇ ਕਰਤੇ। ਅੱਛਾ। ਦੇਖੋ ਕਿੱਡੀ ਪ੍ਰਭਾਵਸ਼ਾਲੀ ਬੋਲ ਜੀ ਜੀ ਕਿ ਘਰਾਂ 'ਚ ਸ਼ਹਿਬਰ ਲਾਉਣ ਵਾਲਿਓ, ਗੁਰਦੁਆਰੇ ਸੁਣਨੇ ਕਰਤੇ। ਉਹ ਮਨ ਨੂੰ ਬੜੀ ਗੱਲ ਵੱਜ ਗਈ ਕਿ ਗੁਰਦਰਬਾਰ ਵਿੱਚ ਰੌਣਕਾਂ ਚਾਹੀਦੀਆਂ। ਬਾਬਾ ਨੰਦ ਸਿੰਘ ਮਹਾਰਾਜ ਜੀ ਦਾ ਬਚਨ ਕਹਿੰਦੇ, ਤੂੰ ਗੁਰੂ ਘਰ ਦੀ ਰੌਣਕ ਵਧਾ, ਗੁਰੂ ਤੇਰੇ ਘਰ ਦੀ ਰੌਣਕ ਵਧਾਣਗੇ। ਬਿਲਕੁਲ ਬਿਲਕੁਲ, ਇਹ ਸੱਚਾਈ ਹੈ। ਫਿਰ ਉਸ ਕਨਸੈਪਟ ਨੂੰ ਰੱਖਦਿਆਂ ਹੋਇਆਂ ਹੁਣ ਕਈ ਸਾਲਾਂ ਤੋਂ, ਪਿਛਲੇ ਕਈ ਸਾਲਾਂ ਤੋਂ ਲੁਧਿਆਣੇ ਦੇ ਵੱਖਰੇ ਵੱਖਰੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਜੀ ਜੀ ਇੱਕ ਹਫ਼ਤੇ ਦਾ ਪ੍ਰੋਗਰਾਮ ਰੱਖਿਆ ਗਿਆ। ਜੀ ਉਹ ਇੱਕ ਹਫ਼ਤੇ ਦਾ ਤਾਂ ਕਿਉਂਕਿ ਜਿਹੜਾ ਸੋਮਵਾਰ ਨਹੀਂ ਆ ਸਕਿਆ, ਮੰਗਲਵਾਰ ਆ ਜਾਏ, ਮੰਗਲਵਾਰ ਨਹੀਂ ਬੁੱਧਵਾਰ ਆ ਜਾਏ, ਬੁੱਧਵਾਰ ਨਹੀਂ ਵੀਰਵਾਰ ਆ ਜਾਏ, ਉਹ ਕਿਤੇ ਤਾਂ ਆਏਗਾ। ਜੀ ਜੀ ਇੱਕ ਹਫ਼ਤਾ ਸੋਮ ਤੋਂ ਐਤ ਰੱਖ ਕੇ ਫਿਰ ਅਗਲੇ ਗੁਰਦੁਆਰੇ ਕਾਫਲਾ ਚਲੇ ਜਾਂਦਾ। ਜੀ ਜੀ ਫਿਰ ਅਗਲੇ ਗੁਰਦੁਆਰੇ ਉਹ ਸੰਗਤਾਂ ਬੱਸਾਂ ਲੱਗੀਆਂ, ਗੱਡੀਆਂ ਲੱਗੀਆਂ, ਤੇ ਸਕੂਟਰ ਵੈਨਾਂ ਦੇ ਵਿੱਚ ਆਪੇ ਹੀ ਗੱਡੀਆਂ ਦੇ ਵਿੱਚ ਸੰਗਤਾਂ ਪਹੁੰਚ ਜਾਂਦੀਆਂ ਗੁਰਦੁਆਰੇ ਸਾਹਿਬਾਨ 'ਚ। ਤੇ ਜਦੋਂ ਅਸੀਂ ਉਸ ਗੁਰਦੁਆਰੇ ਸਾਹਿਬਾਨ ਤੋਂ ਅਗਲੇ ਗੁਰਦੁਆਰੇ ਸਾਹਿਬਾਨ ਜਾਂਦੇ ਆ, ਤੇ ਉੱਥੇ ਬੇਨਤੀ ਕਰ ਜਾਂਦੇ ਆ ਜੀ ਕਿ ਹੁਣ ਜਾਗ ਲੱਗ ਗਈ ਜੀ ਜੀ ਇਲਾਕਾ ਨਿਵਾਸੀਓ, ਵੀ ਹੁਣ ਗੁਰਦੁਆਰਾ ਅੰਮ੍ਰਿਤ ਵੇਲੇ ਸੁਣਨਾ ਨਾ ਰਹੇ। ਤੇ ਕਈ ਗੁਰਦੁਆਰੇ ਸਾਹਿਬਾਨਾਂ ਦੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਸਿਮਰਨ ਸਾਧਨਾ ਆਰੰਭ ਹੋ ਚੁੱਕੀ ਹੈ। ਵੀ ਮਨ ਦੀ ਰੀਝ ਸੀ ਕਿ ਲੁਧਿਆਣੇ ਦੇ ਹਰੇਕ ਗੁਰਦੁਆਰੇ ਦੇ ਵਿੱਚ ਸਵੇਰੇ ਸੰਗਤਾਂ ਘੱਟੋ ਘੱਟ 100-150 ਬੰਦਾ, 50-60 ਬੰਦਾ ਘੱਟੋ ਘੱਟ ਬੈਠਾ ਹੋਵੇ। ਗੁਰੂ ਦੀ ਹਜ਼ੂਰੀ, ਮਾਲਕ ਆਸਣ ਲਾ ਕੇ ਬੈਠੇ ਨੇ ਦਰਬਾਰ ਦੇ ਵਿੱਚ, ਤੇ ਸੰਗਤਾਂ ਆਨੰਦ ਮਾਣ ਰਹੀਆਂ, ਸਿਮਰਨ ਕਰ ਰਹੀਆਂ, ਨਿਤਨੇਮ ਕਰ ਰਹੀਆਂ, ਸੁਖਮਨੀ ਕਰ ਰਹੀਆਂ। ਇਹ ਮਨ ਦੀ ਰੀਝ ਸੀ, ਸਤਿਗੁਰ ਸੇਵਾ ਲੈ ਰਹੇ ਨੇ। ਤੇ ਸਾਲਾਨਾ ਸਮਾਗਮ ਵੀ ਹੁੰਦਾ ਤੁਹਾਡਾ? ਜੀ ਮਹਾਰਾਜ ਜੀ। ਹਾਂਜੀ, ਉਹਦੇ ਬਾਰੇ ਵੀ ਚਾਨਣਾ ਪਾਓ। ਮਹਾਰਾਜ ਨੇ ਕਿਰਪਾ ਕੀਤੀ, ਸਾਲ ਦੇ ਵਿੱਚ ਇੱਕ ਸਮਾਗਮ ਪਾਤਸ਼ਾਹ ਵੱਡੇ ਪੱਧਰ ਤੇ ਸਤਿਗੁਰੂ ਜੀ ਆਪ ਸੇਵਾ ਲੈਂਦੇ ਜੀ, ਸੰਗਤਾਂ ਦੇ ਬੜੇ ਨਿੱਘੇ ਸਹਿਯੋਗ ਦੇ ਨਾਲ। ਇਹ ਅੰਮ੍ਰਿਤ ਵਰਖਾ ਸਮਾਗਮ ਹੈ ਜੀ। ਅੱਛਾ ਜੀ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤਕਰੀਬਨ 13 ਸਾਲ ਹੋ ਗਏ। ਅੱਛਾ। ਤੇ ਹੁਣ ਦਸੰਬਰ ਦੇ ਵਿੱਚ ਸਤਿਗੁਰੂ ਦੀ ਕਿਰਪਾ 14ਵਾਂ ਸਮਾਗਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਦਸੰਬਰ ਵਿੱਚ ਹੁੰਦਾ ਜੀ, ਦਸੰਬਰ ਦੇ ਵਿੱਚ ਹੁੰਦਾ ਜੀ ਜੀ। ਇਹ 3 ਦਿਨ ਦਾ ਸਮਾਗਮ ਹੁੰਦਾ। 13 ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ ਜੀ ਜੀ। ਤੇ ਪਹਿਲੇ ਹੁੰਦਾ ਸੀ ਕਿ ਅਖੰਡ ਪਾਠ ਸਾਹਿਬ ਰੱਖੇ ਗਏ, ਤੇ ਅਖੀਰਲੇ ਦਿਨ, ਤੀਸਰੇ ਦਿਨ ਜਦੋਂ ਭੋਗ ਪੈਣੀ ਸਵੇਰੇ ਜੀ, ਤੇ ਸ਼ਾਮਾਂ ਨੂੰ ਫਿਰ ਆਪਣਾ ਕੀਰਤਨ ਦਰਬਾਰ ਹੋਣਾ ਜੀ ਜੀ, ਰਹਿਣ ਸਬਾਈ ਹੋਣੀ। ਤੇ ਐਤਕਾਂ ਪਿਛਲੇ ਸਾਲ ਜਿਹੜਾ 13ਵਾਂ ਸੀਗਾ ਸਮਾਗਮ, ਉਹਦੇ ਸਤਿਗੁਰ ਨੇ ਬੜੀ ਕਿਰਪਾ ਕੀਤੀ ਜੀ। ਜਿਸ ਦਿਨ ਪਾਠ ਪ੍ਰਾਰੰਭ ਹੋਏ, ਉਹ ਪਹਿਲੀ ਰਾਤ ਵੀ ਕੀਰਤਨ ਦਰਬਾਰ, ਦੂਸਰੀ ਰਾਤ ਵੀ ਕੀਰਤਨ ਦਰਬਾਰ, ਤੇ ਤੀਸਰੀ ਰਾਤ ਵੀ। ਵਾਹ ਜੀ। ਵੀ 3 ਦੀਵਾਨ ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਝੋਲੀ 'ਚ ਪਾਏ ਤੇ ਸੰਗਤਾਂ ਨੇ ਲਾਭ ਲਿਆ ਜੀ। ਅੱਛਾ ਅੱਛਾ। ਇਸ ਤਰ੍ਹਾਂ ਕੋਈ ਯਾਤਰਾ ਦਾ ਵੀ ਤੁਹਾਡੇ ਵੱਲੋਂ ਉਪਰਾਲਾ ਹੁੰਦਾ ਵੀ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਣੇ?
ਜਿੱਥੇ ਸਤਿਗੁਰੂ ਜੀ ਦੀ ਮੌਜ ਬਣਦੀ ਹੈ, ਜੀ ਜੀ ਸੰਗਤਾਂ ਵੱਲੋਂ ਇਹ ਹਮੇਸ਼ਾ ਦਾਸ ਨੂੰ ਹੁਕਮ ਲੱਗਦਾ ਹੀ ਰਹਿੰਦਾ ਹੈ ਕਿ ਕਿਤੇ ਨਾ ਕਿਤੇ, ਜਿਵੇਂ ਹੁਣ 2-3 ਛੁੱਟੀਆਂ ਆ ਗਈਆਂ ਜੀ ਤੇ ਸਾਨੂੰ ਕਦੇ ਕਿਤੇ ਜਿੱਥੇ ਸੰਗਤ ਫਿਰ ਹੁਕਮ ਕਰ ਦਿੰਦੀ ਹੈ, ਜੀ 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 ਜੇ ਪੰਜਾਬ ਤੋਂ ਬਾਹਰ ਹੁਕਮ ਕਰ ਦਿੰਦੀ ਹੈ ਫਿਰ ਭਾਵੇਂ 1-2 ਦਿਨ ਲਈ ਅਸੀਂ ਉਧਰ ਚਲੇ ਜਾਣਾ, 2-3 ਦਿਨ ਲਈ। ਜੇ ਪੰਜਾਬ ਦੇ ਵਿੱਚ ਹੁੰਦਾ ਤੇ ਫਿਰ ਭਾਵੇਂ 1 ਦਿਨ ਜਾਂ 2 ਦਿਨ ਦਾ ਰੱਖ ਲਈਦਾ ਯਾਤਰਾ। ਤੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਈ ਯਾਤਰਾਵਾਂ ਆਪ ਹੀ ਸੇਵਾ ਲਈਆਂ, ਸੰਗਤਾਂ ਨੂੰ ਆਪਣੇ ਦਰ ਤੇ ਬੁਲਾ ਲੈਂਦੇ ਨੇ। ਇਹ ਤੇ ਸਨ ਗੱਲਾਂ ਬਾਤਾਂ ਜੋ ਤੁਹਾਡੀਆਂ ਸੇਵਾਵਾਂ ਚੱਲ ਰਹੀਆਂ ਨੇ। ਜੀ ਹੁਣ ਮੈਂ ਇਹ ਵੀ ਸੰਗਤਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ ਬਈ ਤੁਹਾਡੇ ਨਿੱਜੀ ਜੀਵਨ ਬਾਰੇ, ਪਰਿਵਾਰ ਵਿੱਚ ਕੌਣ ਕੌਣ ਨੇ? ਓਏ, ਪਰਿਵਾਰ ਦੇ ਵਿੱਚ ਮਹਾਰਾਜ ਦੀ ਕਿਰਪਾ, ਮਾਤਾ ਜੀ ਨੇ ਜੀ ਘਰ ਦੇ ਮੁਖੀ ਨੇ, ਜੀ ਪਿਤਾ ਜੀ ਚੜ੍ਹਾਈ ਕਰ ਗਏ ਨੇ, ਜੀ ਜੀ ਤੇ ਮਿਸਿਸ ਹੈਗੇ ਘਰ ਦੇ ਸਾਡੇ ਬੀਬੀ ਗੁਰਪ੍ਰੀਤ ਕੌਰ ਜੀ। ਅੱਛਾ ਤੇ ਮਹਾਰਾਜ ਨੇ ਦਾਤ ਦਿੱਤੀ ਇੱਕ ਬੇਟੀਆ ਦੀ, ਹਰਸਿਮਰਨ। ਅੱਛਾ ਜੀ ਇੱਕ ਭਰਾ ਹੈ, ਅੱਛਾ ਜੀ ਸਤਪਾਲ ਸਿੰਘ ਨਾਮ ਹੈ, ਜੀ ਜੀ। ਤੇ ਉਹਦੇ 2 ਬੱਚੇ ਨੇ, ਮਹਾਰਾਜ ਦੀ ਕਿਰਪਾ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੀ ਮਾਇਆ ਤੁਸੀਂ ਸਾਰੀ ਉਹ ਧਰਮ ਕਾਰਜਾਂ ਲਈ ਲਾ ਲੈਂਦੇ ਹੋ, ਜੀ ਫਿਰ ਆਪਣੇ ਘਰ ਦੇ ਖਰਚਿਆਂ ਵਾਸਤੇ ਵੀ ਧਨ ਦੀ ਲੋੜ ਹੁੰਦੀ ਹੈ, ਜੀ। ਤੇ ਉਹ ਤੁਸੀਂ ਕਿਸ ਤਰ੍ਹਾਂ ਪੂਰਤੀ ਕਰਦੇ ਹੋ? ਤੁਹਾਡੀ ਕੀ ਕਿਰਤ ਹੈ, ਇਹਦੇ ਬਾਰੇ ਵੀ ਤੁਸੀਂ ਦੱਸੋ। ਮਾਲਕ ਦੀ ਬਹੁਤ ਦਇਆ ਹੈ ਜੀ, ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ। ਜੀ ਇੱਕ ਦਮੜਾ ਜਿਹੜਾ ਕੀਰਤਨ ਦਾ ਆਂਦਾ ਹੈ, ਸੰਗਤ ਦਾ ਆਂਦਾ ਹੈ, ਰਾਹ ਜਾਂਦਿਆਂ ਚਲਦਿਆਂ ਨੂੰ ਵੀ ਅਗਰ ਕੋਈ ਫੜਾ ਦਿੰਦਾ ਤੇ ਉਹ ਇੱਕ ਦਮੜਾ ਤਾਂ ਹਸਪਤਾਲ ਚਲੇ ਜਾਂਦਾ। ਜੀ ਜਿਵੇਂ ਤੁਸੀਂ ਆਪ ਜੀ ਨੇ ਕਿਹਾ ਕਿਰਤ, ਇਹ ਕਿਰਤ ਸਤਿਗੁਰੂ ਜੀ ਨੇ ਸਾਨੂੰ ਦਾਸ ਨੂੰ ਦਿੱਤੀ ਜੀ, LIC ਦੀ। ਅੱਛਾ, LIC ਦੀ ਕਿਰਤ ਦੇ ਵਿੱਚੋਂ ਪ੍ਰਸ਼ਾਦਾ ਚੱਲ ਰਿਹਾ। ਵਾਹ। ਇਹ ਤੁਸੀਂ ਵੀ ਹੈਰਾਨ ਹੋਵੋਗੇ ਤੇ ਸੰਗਤਾਂ ਵੀ ਹੈਰਾਨ ਹੋਣਗੀਆਂ। ਹਰੇਕ ਨੂੰ ਇਸ profession ਦੇ ਬਾਰੇ ਪਤਾ ਹੈ ਕਿ LIC ਦੇ ਵਿੱਚੋਂ ਕੋਈ ਰੋਟੀ ਨਹੀਂ ਖਾ ਸਕਦਾ, ਜੀ ਜੀ ਕਿਉਂਕਿ ਉਹਦੀ ਜਿਹੜੀ ਆਮਦਨ ਹੈ ਉਹ ਬਹੁਤ ਘੱਟ ਹੁੰਦੀ ਹੈ। ਜੀ ਪਰ ਗੁਰੂ ਨਾਨਕ ਦੀ ਐਸੀ ਮਿਹਰ ਹੋਈ ਹੈ ਜੀ ਕਿ ਜੋ ਇੱਕ ਐਡਵਾਈਜ਼ਰ ਜੀ 20 ਸਾਲ ਦੇ ਵਿੱਚ ਕੰਮ ਕਰਦਾ ਹੈ ਤੇ ਆਪਣੇ ਪ੍ਰਸ਼ਾਦੇ ਜੋਗਾ ਉਹ ਪਹੁੰਚਦਾ ਹੈ। ਜੀ ਮੇਰੇ ਗੁਰੂ ਨਾਨਕ ਨੇ 1 ਸਾਲ ਦੇ ਵਿੱਚ ਹੀ ਉਹ 20 ਸਾਲਾਂ ਦਾ ਕੰਮ ਦਾਸ ਦੀ ਝੋਲੀ 'ਚ ਪਾਤਾ। ਵਾਹ ਜੀ। ਇੱਥੇ ਮੈਂ ਜ਼ਰੂਰ ਇੱਕ ਗੱਲ ਦੱਸਣਾ ਚਾਹਾਂਗਾ। ਇੱਕ ਬੜੀ ਵੱਡੀ ਪੋਸਟ ਹੈ ਸਾਡੇ 'ਚ MDRT, $1 ਮਿਲੀਅਨ ਰਾਉਂਡ ਟੇਬਲ। ਜੀ ਜੋ ਇਹ ਚੀਜ਼ ਅਚੀਵ ਕਰ ਲਵੇ, ਇਹ ਬੜੀ ਵੱਡੀ ਅਚੀਵਮੈਂਟ ਹੁੰਦੀ ਹੈ। ਜੀ ਜੀ ਇਹਦੇ 'ਚ ਆਮ ਕਿਹਾ ਜਾਂਦਾ ਹੈ ਕਿ 12-15 ਸਾਲ ਦੇ ਪ੍ਰਸ਼ਾਦੇ ਜਿਹੜੇ ਉਹ ਪੱਕੇ ਹੋ ਜਾਂਦੇ ਆ, ਜੀ ਜੀ ਉਹਨੂੰ ਘਾਲਣ ਦੀ ਹੁਣ ਕੋਈ ਲੋੜ ਨਹੀਂ। ਜੀ ਨਾਰਮਲ ਜਿੰਨਾ ਕੰਮ ਕਰਨਾ ਉਹ ਕਰੇ। ਜੀ ਤੁਸੀਂ ਦੇਖੋ, ਮਹਾਰਾਜ ਨੇ ਜਦੋਂ ਮੈਨੂੰ ਕਿਰਤ ਦਿੱਤੀ ਤੇ ਉਹ 1 ਸਾਲ ਸਤਿਗੁਰੂ ਜੀ ਨੇ ਕੀਰਤਨ ਹੀ ਨਹੀਂ ਦਿੱਤਾ। ਮੈਨੂੰ ਕੋਈ ਕਹਿੰਦੇ ਨਾ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਅਚੰਭੀ ਗੱਲ, ਕੋਈ ਐਸੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਸਾਹਮਣੇ ਆਂਦੀ ਹੋਵੇ, ਜੀ ਤੇ ਮੈਂ ਇੱਕ ਬਖਸ਼ਿਸ਼ ਸਾਹਮਣੇ ਦਿਖਾ ਦਿੰਦਾ ਜੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਕਲਾ ਵਰਤੀ ਹੈ, ਉਹ ਜਦੋਂ ਮੈਨੂੰ ਮਹਾਰਾਜ ਜੀ ਨੇ 2007 ਦੇ ਵਿੱਚ ਇਹ LIC ਦੀ ਕਿਰਤ ਦਿੱਤੀ ਤੇ 2007 ਵਿੱਚ ਮੈਨੂੰ ਕੀਰਤਨ ਮਹਾਰਾਜ ਜੀ ਨੇ ਨਹੀਂ ਦਿੱਤੇ। ਜੀ ਮਹਾਰਾਜ ਕਹਿੰਦੇ ਡਟ ਕੇ ਕਿਰਤ ਕਰ, ਜੀ ਨਾਮਾ ਮਾਇਆ ਮੋਹਿਆ। ਜੀ ਜੀ ਬਸ ਉਹ 1 ਸਾਲ ਲਈ ਜੀ ਮਹਾਰਾਜ ਕਹਿੰਦੇ ਖਾਲੀ ਕਿਰਤ ਕਰ, ਦਿਨ ਰਾਤ ਕਿਰਤ ਕਰ, ਕਿਉਂਕਿ ਮਹਾਰਾਜ ਨੇ ਕੁਝ ਸੋਚਾਂ ਹੋਰ ਵੀ ਅੱਗੇ ਬਣਾਈਆਂ ਸਨ। ਜੀ ਉਹ 1 ਸਾਲ ਦੇ ਵਿੱਚ ਇੰਨੀ ਕਿਰਤ, ਇੰਨਾ ਕੰਮ ਦਿੱਤਾ ਕਿ ਜੋ ਮੈਂ ਆਪ ਜੀ ਨੂੰ ਦੱਸਿਆ ਕਿ 20 ਸਾਲਾਂ ਦਾ ਕੰਮ ਮੈਨੂੰ 1 ਸਾਲ ਦੇ ਵਿੱਚ ਜਿਹੜਾ ਦਿੱਤਾ। ਜੀ ਬਸ ਖਾਲੀ ਸੀਗਾ ਜੀ ਕਿ 2-2 ਵਜੇ ਤੱਕ ਰਾਤ ਦੇ ਅਸੀਂ ਕੰਮ ਕਰਦੇ ਰਹਿਣਾ ਤੇ 2:30 ਫਿਰ 3 ਵਜੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਭੁਗਤਾ ਕੇ ਸਿਮਰਨ ਸਾਧਨਾ ਚਲੇ ਜਾਣਾ। ਬਸ ਉਹ ਇੱਕ ਮਹਾਰਾਜ ਨੇ ਰੱਖਿਆ ਕਿ ਵੀ ਸਿਮਰਨ ਸਾਧਨੇ ਦੇ ਨਾਗੇ ਨਾ ਹੋਣ। ਕੀਰਤਨ ਦੀ ਕੋਈ ਬੁਕਿੰਗ ਮਹਾਰਾਜ ਨੇ ਦਿੱਤੀ ਹੀ ਨਹੀਂ ਜੀ। ਵਾਹ। ਜਦੋਂ ਸਾਲ ਮੁੱਕ ਗਿਆ ਤੇ MDRT ਦੀ ਪੋਸਟ ਮੈਨੂੰ ਮਿਲ ਗਈ ਜੀ ਔਰ ਇਹ ਡਿਕਲੇਅਰ ਹੋ ਗਿਆ ਕਿ ਇੰਨਾ ਮੈਨੂੰ ਆ ਜਾਏਗਾ ਕਿ ਜਿਹੜਾ ਹੁਣ ਕੋਈ ਕਮੀ ਨਹੀਂ ਰਹੇਗੀ, ਸੋਹਣਾ ਆ ਜਾਏਗਾ। ਜੀ ਮੈਂ 2 ਮੰਗੇ, ਮਹਾਰਾਜ ਨੇ 4 ਦੇ ਦਿੱਤੇ ਵਾਹ। ਸਾਲ ਦੇ ਵਿੱਚ। ਔਰ 1 ਸਾਲ ਦੇ ਲਈ ਨਹੀਂ, ਉਹ 15 ਸਾਲਾਂ ਦਾ, 20 ਸਾਲਾਂ ਦਾ ਸਮਝ ਲਓ ਮੇਰਾ ਪੱਕਾ ਕਰ। ਜੀ ਫਿਰ ਮਹਾਰਾਜ ਨੇ ਕਿਹਾ 2008 ਦੇ ਵਿੱਚ ਬਾਈ ਹੁਣ ਕੰਮ ਨੂੰ ਠੱਲ ਲਾਓ, ਕੰਮ ਨੂੰ ਘੱਟ, ਤੇ ਉਸ ਤੋਂ ਬਾਅਦ ਕੀਰਤਨ ਦੇ ਪ੍ਰਵਾਹ ਫਿਰ ਸ਼ੁਰੂ ਕਰ। ਵਾਹ। 2007 ਦੇ ਵਿੱਚ ਕੀਰਤਨ ਨਹੀਂ ਦਿੱਤਾ ਕੰਮ, ਤੇ 2008 ਤੋਂ ਬਾਅਦ ਮਹਾਰਾਜ ਨੇ ਕਿਰਤ ਨਹੀਂ ਦਿੱਤੀ ਕਿ ਉਹ ਪੱਕੀ ਕਰਤੀ। ਹਾਂਜੀ। ਉਸ ਤੋਂ ਬਾਅਦ ਫਿਰ ਕੀਰਤਨ ਦੀਆਂ ਸ਼ਹਿਬਰਾਂ ਮਹਾਰਾਜ ਨੇ ਵਾਹ ਲਵਾਈਆਂ। ਜੀ। ਇਹ ਕਿਰਪਾ ਵਰਤੀ ਜੀ। ਤੇ ਇਹ ਜਿਹੜਾ ਦਾਸ ਦਾ ਪ੍ਰਸ਼ਾਦਾ ਹੈ ਵਾਹ। ਜੋ ਘਰ ਚੱਲਦਾ, ਉਹ LIC ਦੇ ਵਿੱਚ। ਤੇ ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਇੱਕ ਹੈਲਥ ਇੰਸ਼ੋਰੈਂਸ ਜੀ ਜੀ
ਮੈਡੀਕਲੇਮ ਅਸੀਂ ਜਿਹਨੂੰ ਕਹਿੰਦੇ, ਹਾਂਜੀ ਉਹ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਮਹਾਰਾਜ ਨੇ ਹੈਲਥ ਇੰਸ਼ੋਰੈਂਸ ਦੀ ਵੀ ਕੰਪਨੀ ਅੱਛਾ ਉਹ ਵੀ ਝੋਲੀ 'ਚ ਪਾਈ ਹੈ। ਜੀ ਜੀ। ਤੇ ਇਹ ਕਿਰਤ ਹੈਗੀ ਜੀ ਦਾਸ ਦੀ। ਤੁਸੀਂ ਸੇਵਾ ਵਿੱਚ ਲੱਗੇ ਹੋ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਨੂੰ ਸਾਰਾ ਖਿਆਲ ਹੈ ਗੁਰੂ ਕਿ ਨਾਨਕ ਤੁਹਾਡੀਆਂ ਜਿਹੜੀਆਂ ਉਹ ਲੋੜਾਂ ਕਿੱਥੋਂ ਪੂਰੀਆਂ ਕਰਨੀਆਂ ਨੇ। ਜੀ ਜਿਵੇਂ ਹੁਣ ਨੈਟ ਦਾ ਸਮਾਂ ਆ, ਜੀ ਸਾਰੀ ਜਾਣਕਾਰੀ ਸਾਨੂੰ ਉੱਥੋਂ ਮਿਲ ਜਾਂਦੀ ਹੈ। ਜੀ ਤੁਹਾਡੇ ਕੀ ਪ੍ਰੋਗਰਾਮ ਨੇ, ਕਿੱਥੇ ਹਸਪੀਟਲ ਨੇ, ਕਿਵੇਂ ਸੇਵਾਵਾਂ ਚੱਲਦੀਆਂ ਨੇ। ਕੋਈ ਇੰਟਰਨੈਟ ਤੇ ਵੀ ਤੁਹਾਡੀ ਐਸੀ ਕੋਈ ਸਾਈਟ ਹੈ ਜਿੱਥੋਂ ਸੰਗਤਾਂ ਨੂੰ ਸੰਦੇਸ਼ ਮਿਲ ਸਕੇ? ਮੇਰਾ ਨਹੀਂ, ਗੁਰੂ ਨਾਨਕ ਦੀ ਹੈ ਜੀ। ਜੀ ਭਾਈ ਦਇਆ ਸਿੰਘ ਜੀ .com www.ਭਾਈਦਿਆਸਿੰਘਜੀ.com ਜਾਂ ਭਾਈ ਗੁਰਸ਼ਰਨ ਸਿੰਘ ਜੀ .com ਦੇ ਵਿੱਚ ਜੀ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ। ਜੀ ਜੀ ਕਿਉਂਕਿ ਜਿਹੜਾ ਅਜੋਕਾ ਸਮਾਂ ਹੈ ਉਹ ਜੇ ਦੁਨੀਆ ਦੇ ਨਾਲ ਟੱਚ ਵਿੱਚ ਆਉਣਾ ਤਾਂ ਇੱਕ ਵੈਬਸਾਈਟ ਦਾ ਹੋਣਾ ਜ਼ਰੂਰੀ ਹੈ, ਜੀ ਜੀ ਜਿਹੜਾ ਕਿਤੇ ਵੀ ਦੁਨੀਆ ਦੇ ਕੋਨੇ-ਕੋਨੇ 'ਚ ਬਹਿ ਕੇ ਸਾਨੂੰ ਵਾਚ ਕਰ ਸਕਦਾ ਹੈ ਜੀ, ਕਿ ਕਿਹੜੀਆਂ ਸੇਵਾਵਾਂ ਚੱਲ ਰਹੀਆਂ। ਤੇ ਬੜਾ ਤਰਸ ਹੈ ਗੁਰੂ ਨਾਨਕ ਸਾਹਿਬ ਜੀ ਦਾ, ਇਹ ਆਪ ਹੀ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਹੈ। ਬੜੀ ਸੋਹਣੀ ਤੇ ਬੜੀ ਵੱਡੀ ਵੈਬਸਾਈਟ ਬਣੀ ਹੈ ਜੀ। ਜੀ ਜੀ ਇਹ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਬਣੀ ਹੈ ਤੇ ਹੁਣ ਸਾਡਾ ਉਪਰਾਲਾ ਚੱਲ ਰਿਹਾ ਕਿ ਇਹ ਵੈਬਸਾਈਟ ਹਿੰਦੀ ਦੇ ਵਿੱਚ ਵੀ ਬਣੇ। ਜੀ ਜੀ ਸਾਨੂੰ ਸਾਊਥ ਵਾਲੇ ਪਾਸੋਂ ਤੋਂ ਗੁਰਮੁਖਾਂ ਦੇ ਫੋਨ ਆਏ, ਕੇਰਲ ਤੋਂ, ਹੋਰ ਸਾਰੇ ਪਾਸੋਂ, ਕਿ ਕਈ ਵਾਰੀ ਪੰਜਾਬੀ ਜਿਹੜੀ ਹੈ ਉਹ ਸਾਨੂੰ ਸਮਝ ਨਹੀਂ ਆ ਰਹੀ ਜੀ ਜੀ ਤੇ ਇੰਗਲਿਸ਼ ਸਮਝ ਲੱਗਦੀ ਹੈ, ਪਰ ਕਿਤੇ ਅਗਰ ਕਿਸੇ ਨੂੰ ਇੰਗਲਿਸ਼ ਨਹੀਂ ਸਮਝ ਲੱਗਦੀ ਤੇ ਫਿਰ ਕਹਿੰਦੇ ਜਿਹੜੀ ਸਾਡੀ ਹਿੰਦੁਸਤਾਨ ਦੀ ਮਾਤਰ ਭਾਸ਼ਾ ਹਿੰਦੀ, ਇਹਦੇ ਵਿੱਚ ਵੀ ਇੱਕ ਤਿਆਰ ਕਰਾਓ ਆਪਣੀ ਜੀ ਵੈਬਸਾਈਟ। ਜੀ ਜੀ ਤੇ ਉਹ ਤਿਆਰੀਆਂ ਚੱਲ ਰਹੀਆਂ ਗੁਰੂ ਨਾਨਕ ਸਾਹਿਬ ਦੀ ਕਿਰਪਾ। ਮੇਰਾ ਖਿਆਲ ਸ਼ਾਇਦ ਇਹ ਇੱਕ ਅਜੋਕੀ ਵੈਬਸਾਈਟ ਹੋਏਗੀ, ਬਹੁਤ ਘੱਟ ਵੈਬਸਾਈਟ ਹੋਣਗੀਆਂ ਜਿਹੜੀਆਂ ਪੰਜਾਬੀ ਤੇ ਇੰਗਲਿਸ਼ 'ਚ ਤਾਂ ਹੋਣਗੀਆਂ ਜੀ ਕਾਫੀ, ਪਰ ਨਾਲ ਥਰਡ ਲੈਂਗੁਏਜ ਉਹਦੇ ਵਿੱਚ ਹੋਵੇ। ਜੇ ਅਗਰ ਆਪਾਂ ਹਿੰਦੀ ਨੂੰ ਕਲਿੱਕ ਕਰਾਂਗੇ ਪੂਰੀ ਦੀ ਪੂਰੀ ਵੈਬਸਾਈਟ ਹਿੰਦੀ 'ਚ ਤਬਦੀਲ ਹੋ ਜਾਏਗੀ, ਜੀ ਜੀ ਪੰਜਾਬੀ 'ਚ ਕਲਿੱਕ ਕਰਾਂਗੇ ਪੰਜਾਬੀ 'ਚ ਤਬਦੀਲ ਹੋ ਜਾਏਗੀ, ਇੰਗਲਿਸ਼ 'ਚ ਕਰਾਂਗੇ ਇੰਗਲਿਸ਼ 'ਚ। ਉਹਦੇ ਨਾਲ ਸੰਗਤਾਂ ਨੂੰ ਲਾਭ ਮਿਲ ਜਾਏਗਾ ਕਿ ਜੋ ਗਤੀਵਿਧੀਆਂ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ। ਗੱਲਾਂ ਬਾਤਾਂ ਤੁਹਾਡੇ ਨਾਲ ਕਾਫੀ ਹੋ ਗਈਆਂ, ਹੁਣ ਅਸੀਂ ਤੁਹਾਡੇ ਕੋਲੋਂ ਸ਼ਬਦ ਵੀ ਸੁਣਨੇ ਨੇ ਜੀ ਤੇ ਗੁਰੂ ਦੀ ਕਿਰਪਾ ਨਾਲ ਤੁਸੀਂ ਕੋਈ ਸ਼ਬਦ ਜ਼ਰੂਰ ਸੁਣਾਓ। ਮੰਗੋ ਇੱਕ ਦਾਨ। ਭਾਈ ਸਾਹਿਬ ਜੀ, ਤੁਹਾਡੀਆਂ ਸੇਵਾਵਾਂ ਵਿੱਚ ਪਰਿਵਾਰ ਦੇ ਮੈਂਬਰਾਂ ਵੱਲੋਂ ਵੀ ਕੋਈ ਸਹਿਯੋਗ ਹੁੰਦਾ ਹੈ? ਮਹਾਰਾਜ ਦੀ ਬੜੀ ਕਿਰਪਾ ਹੈ, ਜੋ ਮਿਸਿਸ ਸਾਡੇ ਘਰ ਦੇ ਸਾਡੇ, ਜੀ ਉਹ ਬੜਾ ਨਿੱਘਾ ਸਹਿਯੋਗ ਦਿੰਦੇ ਨੇ। ਜੀ ਮਾਤਾ ਜੀ ਸਾਡੇ ਬੜਾ ਨਿੱਘਾ ਸਹਿਯੋਗ ਦਿੰਦੇ ਨੇ। ਜੀ ਜਿਵੇਂ ਦਾਸ ਨੇ ਆਪ ਜੀ ਨੂੰ ਦੱਸਿਆ ਜੀ ਕਿ ਭਾਈ ਦਇਆ ਸਿੰਘ ਜੀ ਨਿਸ਼ਕਾਮ ਸਤਸੰਗ ਸਭਾ ਇਸਤਰੀ ਵਿੰਗ ਹੈ। ਜੀ ਹੁਣ ਕੋਈ ਲੜੀਆਂ ਚੱਲਣੀਆਂ, ਕੋਈ ਪਾਠ ਕਰਵਾਣੇ ਨੇ, ਪਾਠ ਵੰਡਣੇ ਨੇ, ਕੀਰਤਨਾਂ ਦੀ ਹੋਰ ਸਾਰਾ ਮੋਢੇ ਨਾਲ ਮੋਢਾ ਲਾ ਕੇ ਫਿਰ ਸਾਡੇ ਜਿਹੜੇ ਮਿਸਿਸ ਨੇ ਬੇਬੀ ਗੁਰਪ੍ਰੀਤ ਕੌਰ ਜੀ ਤੇ ਸਾਡੇ ਮਾਤਾ ਜੀ, ਵਾਹ ਜੀ, ਤੇ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਤੇ ਉੱਥੋਂ ਬੜਾ ਬਲ ਮਿਲਦਾ ਹੈ। ਹਾਂ ਕਿਉਂਕਿ ਜੇ ਘਰ ਦੇ ਅਗਰ ਨਾਲ ਨਾ ਹੋਣ ਤੇ ਫਿਰ ਇੱਕ ਇਹ ਸੇਵਾਵਾਂ ਕਰਨੀਆਂ ਔਖੀਆਂ ਹੋ ਜਾਂਦੀਆਂ, ਨਾ ਮੁਮਕਿਨ ਤਾਂ ਨਹੀਂ ਕਵਾਂਗੇ, ਔਖੀਆਂ ਹੋ ਜਾਂਦੀਆਂ, ਪਰ ਪਰਿਵਾਰ ਦੇ ਨਾਲ ਚੱਲਣ ਦਾ ਮਤਲਬ ਹੁੰਦਾ ਹੈ ਫਿਰ ਬਾਹਾਂ ਬਣ ਜਾਂਦੀਆਂ। ਤਾਂ ਹੀ ਬਾਣੀ ਚ ਧੰਨਾ ਜੀ ਨੇ ਆਖਿਆ ਨਾ, ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ। ਵਾਹ ਵਾਹ, ਤੁਸੀਂ ਭਾਗਾਂ ਵਾਲੇ ਹੋ, ਮੇਰਾ ਤੁਹਾਨੂੰ ਇਹੋ ਜਿਹਾ ਸਾਥ ਮਿਲਿਆ ਵੀ ਉਹ ਤੁਹਾਡੇ ਸੇਵਾ ਚ ਜਿਹੜੇ ਉਹ ਤਤਪਰ ਰਹਿੰਦੇ ਨੇ। ਜੋ ਸਾਡੇ ਮਦਰ ਇਨ ਲਾਅ ਨੇ ਉਹਨਾਂ ਤੇ ਵੀ ਮਹਾਰਾਜ ਦੀ ਬੜੀ ਕਿਰਪਾ ਹੈ ਜੀ। ਉਹ ਜਿਹੜੀ ਇਸਤਰੀ ਵਿੰਗ ਹੈ ਉਹਨਾਂ ਦੇ ਮਹਾਰਾਜ ਮੁੱਖ ਸੇਵਾਦਾਰ ਨੇ, ਸਮਝ ਲਓ ਕਹਿ ਲਓ। ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਪੂਰੀ ਦੇਖ ਰੇਖ ਉਹਨਾਂ ਦੀ ਹੁੰਦੀ ਹੈ। ਉਹ ਵੀ ਮੋਢੇ ਨਾਲ ਮੋਢਾ ਲਾ ਕੇ ਉਧਰੋਂ ਪਰਿਵਾਰ ਵੀ ਤੇ ਇਧਰੋਂ ਪਰਿਵਾਰ ਵੀ, ਉਹ ਸਾਰੇ ਹੀ ਗੁਰੂ ਨਾਨਕ ਨੇ ਇਦਾਂ ਦਾ ਪਰਿਵਾਰ ਦੇ ਦਿੱਤਾ ਜੀ ਜੀ ਕਿ ਬਲ ਦਿੰਦੇ ਨੇ, ਸਗੋਂ ਸੇਵਾ ਦਾ ਬਲ ਦਿੰਦੇ ਨੇ। ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ। ਇਹ ਸਨ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨਾਲ ਕੁਝ ਗੁਰਮਤਿ ਦੀਆਂ ਗੱਲਾਂ ਤੇ ਕੁਝ ਉਹਨਾਂ ਦੇ ਨਿੱਜੀ ਜੀਵਨ ਦੀਆਂ ਗੱਲਾਂ, ਕੁਝ ਉਹ ਜੋ ਪਰਉਪਕਾਰ ਕਰ ਰਹੇ ਨੇ, ਅਸੀਂ ਗੱਲਾਂ ਬਾਤਾਂ ਕੀਤੀਆਂ। ਆਸ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਅਗਲੇ ਐਪੀਸੋਡ ਵਿੱਚ ਕਿਸੇ ਹੋਰ ਮਹਾਨ ਸ਼ਖਸੀਅਤ ਨਾਲ ਤੁਹਾਨੂੰ ਬੁਲਾਵਾਂਗਾ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।